ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਬੈਠੇ ਸ੍ਰੀ ਗੁਰੂ ਰਾਮਸਰ, ਬੰਨੋ ਆਨਿਓ ਗ੍ਰੰਥ। ਤਹਾਂ ਮਹਾਤਮ ਇਹ ਕਹਿਓ, ਦੇਨ ਸੀਖ ਨਿਜ ਪੰਥ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਵਾਜੀ, ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਅਤਿਅੰਤ ਵਡਭਾਗੇ ਹੋ। ਗੁਰੂ ਮਹਾਰਾਜ ਦੀ ਪਵਿੱਤਰ ਪਾਵਨ ਹਜ਼ੂਰੀ ਵਿੱਚ ਹਾਜ਼ਰੀਆਂ ਭਰ ਕੇ ਸੰਧਿਆ ਦੇ ਦੀਵਾਨਾਂ ਵਿੱਚ ਗੁਰਬਾਣੀ ਦੇ ਕੀਰਤਨ ਦਾ ਆਨੰਦ ਮਾਣ ਰਹੇ ਹੋ। ਉਪਰੰਤ ਹਰ ਰੋਜ਼ ਗੁਰ ਇਤਿਹਾਸ ਦੀ ਲੜੀਵਾਰ ਕਥਾ ਆਪ ਜੀ ਸਰਵਣ ਕਰਦੇ ਹੋ। ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪੰਚਮ ਪਾਤਸ਼ਾਹ ਜੀ ਨੇ ਸਾਡੇ ਭਲੇ ਵਾਸਤੇ, ਕਲਿਆਣ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕੀਤੀ ਹੈ ਔਰ ਇਸ ਦਾ ਦੂਸਰਾ ਉਤਾਰਾ ਭਾਈ ਸਾਹਿਬ ਭਾਈ ਬੰਨੋ ਜੀ ਕਰਕੇ ਲਿਆਏ ਹਨ। ਤਾਂ ਮਹਾਰਾਜ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਮਹਾਤਮ ਸੰਗਤਾਂ ਨੂੰ ਭਾਈ ਗੁਰਦਾਸ ਜੀ ਆਦਿਕ ਮਹਾਂਪੁਰਸ਼ਾਂ ਨੂੰ ਸੁਣਾਇਆ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਜਿੰਨਾ ਕੋਈ ਸਤਿਕਾਰ ਕਰੇਗਾ, ਅਦਬ ਕਰੇਗਾ, ਜਿੰਨਾ ਗੁਰਬਾਣੀ ਦਾ ਜਾਪ ਕਰੇਗਾ, ਉਤਨਾ ਹੀ ਫਲ ਪ੍ਰਾਪਤ ਹੋਵੇਗਾ। ਮਹਾਨ ਮਹਿਮਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ, ਜੋ ਕਹੀ ਨਹੀਂ ਜਾ ਸਕਦੀ। ਸਾਰੇ ਵੇਦਾਂ, ਪੁਰਾਣਾਂ, ਸ਼ਾਸਤਰਾਂ, ਸਿਮਰਤੀਆਂ, ਪੁਰਾਣ ਜਿੰਨੇ ਪੁਰਾਤਨ ਗ੍ਰੰਥ ਹਨ, ਸਾਰਿਆਂ ਦਾ ਤੱਤ ਨਿਚੋੜ ਮਹਾਰਾਜ ਸਾਹਿਬ ਦੀ ਬਾਣੀ ਵਿੱਚ ਕੱਢਿਆ ਹੋਇਆ ਹੈ। ਇਸ ਦੇ ਉੱਪਰ ਨਹੀਂ ਵਿਚਾਰ, ਜਾ ਕੇ ਮਨ ਬਸਿਆ ਨਿਰੰਕਾਰ। ਇਸ ਤੋਂ ਉੱਪਰ ਹੋਰ ਕੋਈ ਗੱਲ ਨਹੀਂ। ਕਿਸੇ ਜੀਵ ਦੇ ਮਨ 'ਚ ਪਰਮੇਸ਼ਰ ਵਸ ਜਾਵੇ, ਨਿਰੰਕਾਰ ਦੇ ਸਰੂਪ ਦਾ ਬੋਧ ਹੋ ਜਾਵੇ, ਮੁਕਤ ਹੋ ਜਾਵੇ। ਇਹ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਕੇ ਕਰਦੇ ਹਨ। ਆਓ ਸਤਿਗੁਰੂ ਪੰਜਵੇਂ ਪਾਤਸ਼ਾਹ ਦੇ ਚਰਨਾਂ ਨਾਲ ਜੁੜੀਏ, ਇਸ ਤੋਂ ਅਗਲੀ ਕਥਾ ਸਰਵਣ ਕਰੀਏ। ਪਿਆਰ ਨਾਲ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਬੈਠੇ ਸ੍ਰੀ ਗੁਰੂ ਰਾਮਸਰ, ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਸ੍ਰੀ ਰਾਮਸਰ ਗੁਰਦੁਆਰੇ ਸਰੋਵਰ ਦੇ ਕਿਨਾਰੇ ਤੇ ਬੈਠੇ ਹੋਏ ਸਨ। ਬੰਨੋ ਆਨਿਓ ਗ੍ਰੰਥ। ਜਦੋਂ ਭਾਈ ਬੰਨੋ ਜੀ ਗੁਰੂ ਗ੍ਰੰਥ ਸਾਹਿਬ ਦਾ ਦੂਸਰਾ ਉਤਾਰਾ ਕਰਕੇ ਲੈ ਆਏ, ਤਹਾਂ ਮਹਾਤਮ ਇਹ ਕਹਿਓ, ਤਾਂ ਗੁਰੂ ਜੀ ਨੇ ਗੁਰਬਾਣੀ ਦਾ ਇਹ ਮਹਾਤਮ ਉੱਥੇ ਸੰਗਤਾਂ ਨੂੰ ਸਰਵਣ ਕਰਾਇਆ। ਦੇਨ ਸੀਖ ਨਿਜ ਪੰਥ। ਆਪਣੇ ਪੰਥ ਨੂੰ ਸਿੱਖਿਆ ਦੇਣ ਵਾਸਤੇ, ਆਪਣੇ ਸਿੱਖਾਂ ਦਾ ਕਲਿਆਣ ਕਰਨ ਵਾਸਤੇ। ਚੌਪਈ ਤਿਆਰ ਭਇਓ ਜਬ ਜਿਲਤ ਬੰਦਾਈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਿਆਰ ਹੋ ਗਏ, ਜਿਲਦ ਬੱਜ ਗਈ। ਬੁੱਢੇ ਸੋ ਗੁਰ ਗਿਰਾ ਅਲਾਈ। ਜਦੋਂ ਜਿਲਦ ਵੀ ਬੰਨੀ ਗਈ, ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਪੂਰਨ ਤੌਰ ਤੇ ਮੁਕੰਮਲ ਹੋ ਗਿਆ, ਪੂਰਨ ਹੋ ਗਿਆ, ਤਾਂ ਮਹਾਰਾਜ ਬਾਬਾ ਬੁੱਢਾ ਜੀ ਨੂੰ ਹੁਕਮ ਕੀਤਾ ਹੈ, ਕਹੋ ਗ੍ਰੰਥ ਸਾਹਿਬ ਕਿਸ ਥਾਨਾ। ਬਾਬਾ ਬੁੱਢਾ ਜੀ ਤੁਸੀਂ ਦੱਸੋ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਕਿੱਥੇ ਸਥਾਪਿਤ ਕੀਤਾ ਜਾਵੇ। ਸ੍ਰੀ ਗ੍ਰੰਥ ਸਾਹਿਬ ਜੀ ਨੂੰ ਕਿਹੜੀ ਥਾਂ ਤੇ ਟਿਕਾਇਆ ਜਾਵੇ, ਵਿਰਾਜਮਾਨ ਕੀਤਾ ਜਾਵੇ। ਨਿਤ ਸੁਭ ਹੈ ਜਹ ਮਹਿਦ ਮਹਾਨਾ। ਐਸਾ ਕਿਹੜਾ ਸਥਾਨ ਹੈ, ਐਸੀ ਕਿਹੜੀ ਜਗ੍ਹਾ ਹੈ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਸੋਭਾ ਪਾਉਣ, ਸੋਹਣੇ ਲੱਗਣ, ਸੰਗਤਾਂ ਨੂੰ ਦਰਸ਼ਨ ਵੀ ਹੋਣ ਤੇ ਉੱਥੇ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ, ਅਦਬ ਪੂਰੀ ਤਰ੍ਹਾਂ ਹੋ ਸਕੇ। ਹੱਥ ਜੋੜ ਤਨ ਤਬਹਿ ਬਖਾਨੋ। ਤਾਂ ਬਾਬਾ ਬੁੱਢਾ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਹੈ, ਸ੍ਰੀ ਗੁਰੂ ਤੁਮ ਤੇ ਕੌਣ ਸਿਆਨੋ। ਬਾਬਾ ਜੀ ਕਹਿੰਦੇ, ਹੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ, ਆਪ ਜੀ ਤੋਂ ਸਿਆਣਾ ਕੌਣ ਹੈ, ਆਪ ਜੀ ਤੋਂ ਜ਼ਿਆਦਾ ਕੋਈ ਨਹੀਂ ਜਾਣ ਸਕਦਾ। ਤੋ ਸੁਨੋ ਸਰ ਸਦਾ ਮੁਝਾਰਾ। ਫਿਰ ਵੀ ਜੇ ਮੈਨੂੰ ਪੁੱਛਿਆ ਹੈ, ਮੇਰੀ ਬੇਨਤੀ ਹੈ ਕਿ ਸ੍ਰੀ ਅੰਮ੍ਰਿਤਸਰ ਸਰੋਵਰ ਦੇ ਵਿਚਕਾਰ ਹਰਿਮੰਦਰ ਸੁੰਦਰ ਦਰਬਾਰਾ, ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੈ, ਸ੍ਰੀ ਦਰਬਾਰ ਸਾਹਿਬ ਹੈ, ਬੜਾ ਸੁੰਦਰ ਬਣਿਆ ਹੈ। ਹਾਂਜੀ, ਸਦਾ ਸਥਾਪਨ ਗ੍ਰੰਥ ਸੋ ਲਾਇਕ। ਉਹ ਜਗ੍ਹਾ ਜਿਹੜੀ ਹੈ ਉਹ ਗੁਰੂ ਗ੍ਰੰਥ ਸਾਹਿਬ ਦੇ ਵਾਸਤੇ ਸਭ ਤੋਂ ਸੋਹਣੀ। ਉੱਥੇ ਗੁਰੂ ਗ੍ਰੰਥ ਸਾਹਿਬ ਸਥਾਪਿਤ ਹੋਣਾ ਚਾਹੀਦਾ।
ਹਰਿਮੰਦਰ ਸਰੋਵਰ ਦੇ ਵਿਚਕਾਰ ਹੈ ਤੇ ਹਰਿਮੰਦਰ ਦੇ ਵਿਚਕਾਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇ। ਇਹ ਜਗ੍ਹਾ ਜਿਹੜੀ ਹੈ ਸਾਨੂੰ ਸਭ ਤੋਂ ਚੰਗੀ ਜਚਦੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਵਾਸਤੇ ਢੁਕਵੀਂ ਜਗ੍ਹਾ ਹੈ। ਹਾਂਜੀ, ਸ਼ੋਭਹਿ ਗੋ ਐਮ ਤਹਾਂ ਸੁਭਾਇਕ। ਉੱਥੇ ਗੁਰੂ ਗ੍ਰੰਥ ਸਾਹਿਬ ਜੀ ਸੁਭਾਵਕ ਹੀ ਬੜੇ ਸੋਹਣੇ ਲੱਗਣਗੇ। ਆਲੇ ਦੁਆਲੇ ਸੰਗਤਾਂ ਬਹਿ ਕੇ ਪਾਠ ਕੀਰਤਨ ਕਰਨਗੀਆਂ ਤੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਸੋਭਣਗੇ। ਇਹੋ ਜਿਹਾ ਕੋਈ ਹੋਰ ਸਥਾਨ ਮੈਨੂੰ ਨਜ਼ਰ ਨਹੀਂ ਆਉਂਦਾ ਜੋ ਗੁਰੂ ਗ੍ਰੰਥ ਸਾਹਿਬ ਦੇ ਵਾਸਤੇ ਸਤਿਕਾਰਯੋਗ ਹੋਵੇ। ਸਭ ਤੋਂ ਵੱਧ ਕੇ ਢੁਕਵਾਂ ਜੋ ਫੱਬਵਾਂ ਸਥਾਨ ਹੈ ਉਹ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਹੈ। ਹਾਂਜੀ, ਸਹਜਾ ਸ਼ੇਸ਼ ਸਮੁੰਦਰ ਮਝਾਰੇ। ਜਿਸ ਤਰ੍ਹਾਂ ਸ਼ੇਸ਼ਨਾਗ ਦੀ ਸੇਜਾ ਸਮੁੰਦਰ ਦੇ ਵਿੱਚ ਭਗਵਾਨ ਵਿਸ਼ਨੂੰ ਜੀ ਸ਼ੇਸ਼ਨਾਗ ਦੀ ਸੇਜਾ ਤੇ ਵਿਰਾਜਮਾਨ ਹੁੰਦੇ ਹਨ। ਸਮੁੰਦਰ ਦੇ ਵਿਚਕਾਰ ਸ਼ੇਸ਼ਨਾਗ ਦੀ ਸੇਜਾ ਤੇ ਵਿਸ਼ਨੂੰ ਦਾ ਆਸਣ ਮੰਨਿਆ ਗਿਆ, ਉਹ ਵੀ ਸ਼ੀਰ ਸਮੁੰਦਰ ਦੇ ਵਿਚਕਾਰ। ਹਾਂਜੀ, ਜਥਾ ਸ਼ੇਖ ਸਾਈਂ ਸਾਈਂ ਛਬ ਧਾਰੇ। ਜਿਵੇਂ ਸ਼ੇਖ ਸਾਈਂ ਜੀ, ਸ਼ੇਖ ਸਾਈਂ ਸ਼ੇਸ਼ ਦੇ ਮਾਲਕ ਕਹਿੰਦੇ ਨੇ, ਵਿਸ਼ਨੂੰ ਜੀ ਨੂੰ ਸੋਹਣੇ ਲੱਗਦੇ ਹਨ, ਉੱਥੇ ਬਿਰਾਜੇ ਹੋਏ। ਮਨੋਹ ਬੀਚ ਬੈਕੁੰਠ ਸੋ ਮੰਦਰ। ਏਦਾਂ ਲੱਗਦਾ ਹੈ ਹਰਿਮੰਦਰ ਸਾਹਿਬ ਬੈਕੁੰਠ ਹੀ ਹੈ, ਸੱਚਖੰਡ ਹੀ ਹੈ। ਧਰਤੀ ਦੇ ਉੱਤੇ ਮਹਾਰਾਜ ਨੇ ਇਹ ਲਿਆਂਦਾ। ਧੰਨ ਗੁਰੂ ਰਾਮਦਾਸ ਸਾਹਿਬ ਜੀ ਨੇ ਤੇ ਆਪ ਜੀ ਨੇ ਕਿਰਪਾ ਕੀਤੀ ਹੈ। ਹਰਿਮੰਦਰ ਸਾਹਿਬ ਸੁੰਦਰ ਬਣ ਗਿਆ। ਇਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰੋ। ਹਾਂਜੀ, ਵਿਸ਼ਨ ਬਿਰਾਜ ਹੈ ਛਬ ਸੋ ਅੰਦਰ। ਇਸ ਤਰ੍ਹਾਂ ਸ਼ੋਭਾ ਹੋਵੇਗੀ ਜਿਵੇਂ ਵਿਸ਼ਨੂੰ ਭਗਵਾਨ ਦੇ ਦਰਬਾਰ ਦੀ ਦੇਵਤੇ ਮੰਨਦੇ ਹਨ। ਧਰਤੀ ਦੇ ਉੱਤੇ ਸਤਿਗੁਰੂ ਰਾਮਦਾਸ ਦੇ ਦਰਬਾਰ ਦੀ ਸ਼ੋਭਾ ਹੋਵੇਗੀ। ਇਹ ਸੱਚਖੰਡ ਹੋਵੇਗਾ ਧਰਤੀ ਦਾ। ਧਰਤੀ ਦੇ ਉੱਤੇ ਅਰਸ਼ ਉਤਰਿਆ ਹੋਇਆ। ਭਾਈ ਵੀਰ ਸਿੰਘ ਨੇ ਵੀ ਲਿਖਿਆ ਹੈ, ਅਰਸ਼ ਉਤਾਰਿਆ ਆਣ ਰਸੀਆਂ ਬਚਾਉਂਦਾ। ਹਰਿਮੰਦਰ ਸਾਹਿਬ ਬਾਰੇ ਲਿਖਿਆ ਕਿ ਗੁਰੂ ਸਾਹਿਬ ਨੇ ਸੱਚਖੰਡ ਧਰਤੀ ਤੇ ਲਿਆਂਦਾ, ਅਰਸ਼ ਧਰਤੀ ਤੇ ਲਿਆਂਦਾ ਤੇ ਉਹਦਾ ਨਾਮ ਸ੍ਰੀ ਹਰਿਮੰਦਰ ਸਾਹਿਬ ਰੱਖਿਆ। ਹਾਂਜੀ, ਸੁਨਤ ਪ੍ਰਸੰਨ ਗੁਰੂ ਬਹੁ ਭਏ। ਇਹ ਬਾਬਾ ਬੁੱਢਾ ਜੀ ਦੇ ਬਚਨ ਸੁਣ ਕੇ ਗੁਰੂ ਅਰਜਨ ਸਾਹਿਬ ਬਹੁਤ ਜ਼ਿਆਦਾ ਖੁਸ਼ ਪ੍ਰਸੰਨ ਹੋਏ। ਹਾਂਜੀ, ਜਥਾ ਜੋਗ ਇਨ ਵਰਣਨ ਕਏ। ਮਹਾਰਾਜ ਕਹਿੰਦੇ ਬਾਬਾ ਜੀ ਤੁਸੀਂ ਬਿਲਕੁਲ ਠੀਕ ਕਿਹਾ ਹੈ। ਜਥਾ ਜੋ ਕਿਹਾ ਹੈ, ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਾਸਤੇ ਸਭ ਤੋਂ ਸੋਹਣਾ ਸਥਾਨ ਹੈ। ਬਣਿਓ ਸੁਧਾਸਰ ਵਿੱਚ ਹਰਿਮੰਦਰ। ਸ੍ਰੀ ਅੰਮ੍ਰਿਤਸਰ ਦੇ ਵਿਚਕਾਰ ਸੁਧਾਸਰ, ਅੰਮ੍ਰਿਤਸਰ ਇੱਕੋ ਹੀ ਗੱਲ ਹੁੰਦੀ। ਸੁਧਾ ਮੈਨੇ ਅੰਮ੍ਰਿਤ, ਸਰ ਮੈਨੇ ਸਰੋਵਰ, ਅੰਮ੍ਰਿਤ ਦਾ ਸਰੋਵਰ, ਸੁਧਾ ਸਰੋਵਰ ਸ੍ਰੀ ਦਰਬਾਰ ਸਾਹਿਬ ਬਣਿਆ ਹੈ। ਉਹਦੇ ਵਿਚਕਾਰ ਇਹ ਸਮ ਨਹੀਂ ਤ੍ਰਿਲੋਕੀ ਅੰਦਰ। ਸਾਰੀ ਦੁਨੀਆ ਵਿੱਚ ਇਹਦੇ ਵਰਗੀ ਕੋਈ ਥਾਂ ਨਹੀਂ। ਡਿਠੇ ਸਭੇ ਥਾਂ ਨਹੀਂ ਤੁਧ ਜੇਹਿਆ, ਬੱਧੋ ਪੁਰਖ ਵਿਧਾਤੈ ਤਾਂ ਤੂੰ ਸੋਹਿਆ। ਗੁਰੂ ਮਹਾਰਾਜ ਅਕਾਲ ਪੁਰਖ ਜੀ ਨੇ ਹਰਿਮੰਦਰ ਸਾਹਿਬ ਦੀ ਰਚਨਾ ਕੀਤੀ ਹੈ। ਇਹਦੇ ਵਰਗਾ ਹੋਰ ਕੋਈ ਥਾਂ ਨਹੀਂ ਹੈ। ਤਥਾ ਗ੍ਰੰਥ ਸਾਹਿਬ ਸ਼ੁਭ ਰਚਿਓ। ਜਿਵੇਂ ਹਰਿਮੰਦਰ ਸਾਹਿਬ ਸੋਹਣਾ, ਇਸੇ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵੀ ਸਭ ਤੋਂ ਸੋਹਣੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੀ ਅਕਾਲ ਪੁਰਖ ਪਰਮੇਸ਼ਰ ਦਾ ਰੂਪ ਹਨ। ਬਹੁ ਬਹੁ ਬਾਣੀ ਨਿਰੰਕਾਰ ਹੈ, ਤਿਸ ਜੇਵੜ ਅਵਰ ਨਾ ਕੋਏ। ਹਾਂਜੀ, ਸਰਬੋਤਮ ਹਰ ਨਾਮਨ ਕਚਿਓ। ਪਰਮੇਸ਼ਰ ਦੇ ਨਾਮਾਂ ਨਾਲ ਭਰਿਆ ਹੋਇਆ ਸੱਚਾ ਵਾਹਿਗੁਰੂ ਅਕਾਲ ਪੁਰਖ ਸਾਰਿਆਂ ਤੋਂ ਸਰਵੋਤਮ ਹੈ। ਉਹ ਸਰਵੋਤਮ ਦੇ ਨਾਮ ਇਸ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ। ਇਸ ਕਰਕੇ ਇਹਦੇ ਬਰਾਬਰ ਵੀ ਕੁਝ ਨਹੀਂ। ਨਾਮ ਤੁਲ ਕਛ ਅਵਰ ਨਾ ਹੋਏ। ਨਾਮ ਦੇ ਬਰਾਬਰ ਕੋਈ ਚੀਜ਼ ਨਹੀਂ। ਇਹ ਮਹਾਰਾਜ ਦੀ ਬਾਣੀ, ਧੁਰ ਕੀ ਬਾਣੀ, ਅਕਾਲੀ ਬਾਣੀ ਸਭ ਤੋਂ ਉੱਤਮ ਹੈ। ਵਾਹ ਵਾਹ ਬਾਣੀ ਨਿਰੰਕਾਰ ਹੈ, ਤਿਸ ਜੇਵੜ ਅਵਰ ਨਾ ਕੋਏ। ਹਾਂਜੀ, ਉਚਿਤ ਮੇਲ ਦੋਨੋਂ ਹੋ ਕੇ ਬਨੋ ਬਨੈ। ਇਸ ਕਰਕੇ ਹਰਿਮੰਦਰ ਸਾਹਿਬ ਦਾ ਤੇ ਗੁਰੂ ਗ੍ਰੰਥ ਸਾਹਿਬ ਦਾ ਮੇਲ ਹੋ ਜਾਏਗਾ। ਇਹ ਬੜਾ ਸੋਹਣਾ ਮੇਲ ਹੋਵੇਗਾ, ਸੁਮੇਲ ਹੋਵੇਗਾ। ਜਿੱਥੇ ਹਰਿਮੰਦਰ ਸਾਹਿਬ ਅਕਾਲ ਪੁਰਖ ਨੇ ਧਰਤੀ ਤੇ ਭੇਜਿਆ ਹੈ, ਉੱਥੇ ਹਰਿਮੰਦਰ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਾਨੋ ਹਰੀ ਆਪ ਹੀ ਬਿਰਾਜ ਗਿਆ। ਹਰ ਜਪੇ ਹਰ ਮੰਦਰ ਸਾਜਿਆ, ਸੰਤ ਭਗਤ ਗੁਣ ਗਾਵਹਿ ਰਾਮ। ਹਰੀ ਦਾ ਨਾਮ ਜਪ ਕੇ ਹਰੀ ਦਾ ਮੰਦਰ ਬਣਾਇਆ ਹੈ। ਆਉਣ ਵਾਲੇ ਸਮੇਂ 'ਚ ਵੀ ਹਰੀ ਦੇ ਪਿਆਰੇ ਇੱਥੇ ਬਹਿ ਕੇ ਹਰੀ ਦੇ ਗੁਣ ਗਾਇਆ ਕਰਨਗੇ, ਕੀਰਤਨ ਕਰਿਆ ਕਰਨਗੇ। ਹਾਂਜੀ,
ਇਸ ਬਾਸੁਰ ਹਰ ਕੀਰਤਨ ਭਨੈ। ਦਿਨ ਰਾਤ ਵਾਹਿਗੁਰੂ ਦੀ ਸਿਫਤ ਸਲਾਘਾ ਹੋਵੇਗੀ, ਭਜਨ ਕੀਰਤਨ ਹੋਵੇਗਾ। ਸੁਨ ਗੁਰਦਾਸ ਸੋ ਬਾਕ ਹਮਾਰੇ। ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਮਹਾਰਾਜ ਕਹਿਣ ਲੱਗੇ, ਸ੍ਰੀ ਗੁਰੂ ਰਾਮਦਾਸ ਦਰਬਾਰੇ। ਇਹ ਭਾਈ ਗੁਰਦਾਸ ਜੀ, ਸਤਿਗੁਰੂ ਰਾਮਦਾਸ ਜੀ ਦਾ ਜੋ ਦਰਬਾਰ ਸ੍ਰੀ ਹਰਿਮੰਦਰ ਸਾਹਿਬ ਹੈ, ਦਿਨ ਪ੍ਰਤ ਬਧ ਹੈ ਸਮਾਜ ਵਡੇਰੇ। ਇਹਦਾ ਬਹੁਤ ਪ੍ਰਤਾਪ ਹੋਣਾ, ਅੱਗੇ ਅੱਗੇ ਵਧੀ ਜਾਣਾ। ਮਹਾਰਾਜ ਕਹਿੰਦੇ ਹਰਿਮੰਦਰ ਸਾਹਿਬ ਦੀ ਮਹਿਮਾ ਬੜੀ ਹੋਣੀ ਹੈ। ਆਉਣ ਵਾਲੇ ਸਮੇਂ ਵਿੱਚ ਇਹਦਾ ਪ੍ਰਤਾਪ ਬਹੁਤ ਵਧੇਗਾ। ਦੁੱਖ ਦਾਰਦ ਕੋ ਆਏ ਨਾ ਨੇਰੇ। ਕੋਈ ਦੁੱਖ ਦਲਿੱਦਰ ਨੇੜੇ ਨਹੀਂ ਆਏਗਾ, ਕੋਈ ਕਸ਼ਟ ਨੇੜੇ ਨਹੀਂ ਆਏਗਾ। ਜਿਹੜਾ ਹਰਿਮੰਦਰ ਸਾਹਿਬ ਸ਼ਰਧਾ ਨਾਲ ਇਸ਼ਨਾਨ ਕਰੇਗਾ, ਉਹਦੇ ਦੁੱਖ ਦਲਿੱਦਰ ਕੱਟੇ ਜਾਣਗੇ। ਹਰਿਮੰਦਰ ਹਰ ਰੂਪ ਬਿਲੰਦਾ। ਸ੍ਰੀ ਹਰਿਮੰਦਰ ਸਾਹਿਬ ਹਰੀ ਦਾ ਹੀ ਰੂਪ ਹੈ, ਪਰਮੇਸ਼ਰ ਦਾ ਰੂਪ ਹੈ। ਸੇਵ ਹੈ ਸੇਵਕ ਬ੍ਰਿੰਦ ਮੁਕੰਦਾ। ਔਰ ਬੜੀ ਭਾਵਨਾ ਨਾਲ ਗੁਰੂ ਕੇ ਸਿੱਖ ਇੱਥੇ ਸੇਵਾ ਕਰਨਗੇ। ਲక్ష్ਮੀ ਨਿਸ ਬਾਸਰ ਇਸ ਸੇਵ ਹੈ। ਲక్ష్ਮੀ ਦਿਨ ਰਾਤ ਇਹਦੀ ਸੇਵਾ ਕਰੇਗੀ। ਲక్ష్ਮੀ ਖੜੀ ਤੁਮਰੇ ਦਰਬਾਰਾ। ਇਹਦੇ ਚਰਨਾਂ 'ਚ ਲక్ష్ਮੀ ਹਰਿਮੰਦਰ ਸਾਹਿਬ ਦੇ ਚਰਨਾਂ 'ਚ ਰਹੇਗੀ ਤੇ ਸੇਵਾ ਕਰੇਗੀ। ਨਾ ਇੱਥੇ ਅੰਨ ਦੀ ਕਮੀ ਰਹੇਗੀ, ਨਾ ਧਨ ਦੀ ਕਮੀ ਰਹੇਗੀ। ਅੰਨ ਧਨ ਦੇ ਭੰਡਾਰ ਭਰੇ ਰਹਿਣਗੇ। ਹਾਂਜੀ, ਸ਼ਰਧਾ ਧਰ ਹੈ ਦਾਸ ਫਲ ਲੇਵ ਹੈ। ਜਿਹੜੇ ਸ਼ਰਧਾ ਦੇ ਨਾਲ ਸ੍ਰੀ ਹਰਿਮੰਦਰ ਸਾਹਿਬ ਆਉਣਗੇ, ਜੋ ਅਰਦਾਸ ਕਰਨਗੇ, ਉਹਨਾਂ ਦੀ ਅਰਦਾਸ ਪੂਰੀ ਹੋਵੇਗੀ। ਮਨ ਬਾਛਤ ਫਲਾਂ ਦੀ ਇੱਥੋਂ ਪ੍ਰਾਪਤੀ ਹੋਵੇਗੀ। ਹਾਂਜੀ, ਆਜ ਬਾਸ ਇਸ ਥਲ ਹੀ ਕੀਜ ਹੈ। ਮਹਾਰਾਜ ਕਹਿੰਦੇ ਭਾਈ ਗੁਰਦਾਸ ਜੀ, ਅੱਜ ਤਾਂ ਆਪਾਂ ਇੱਥੇ ਰਾਮਸਰ ਹੀ ਰਵਾਂਗੇ। ਇੱਥੇ ਜਿਵੇਂ ਇੰਨੇ ਸਮੇਂ ਤੋਂ ਰਹਿ ਰਹੇ ਹਾਂ, ਅੱਜ ਇੱਥੇ ਹੀ ਵਾਸਾ ਕਰੀਏ। ਕੋਤ ਪ੍ਰਾਤ ਕੋ ਤਹਿਗਮ ਨਿਜ ਹੈ। ਤੇ ਕੱਲ ਸਵੇਰੇ ਆਪਾਂ ਸ੍ਰੀ ਹਰਿਮੰਦਰ ਸਾਹਿਬ ਵੱਲ ਚੱਲੋ। ਗੁਰੂ ਗ੍ਰੰਥ ਸਾਹਿਬ ਦਾ ਸਰੂਪ ਉੱਥੇ ਲੈ ਜਾਣਾ ਤੇ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨਾ ਹੈ। ਹਾਂਜੀ, ਸਭਨ ਆਹਾਰ ਕਰਿਓ ਸ਼ੁਭ ਖਾਨਾ। ਸੋ ਰਾਤ ਨੂੰ ਸਾਰਿਆਂ ਨੇ ਖਾਣਾ ਖਾਧਾ, ਪ੍ਰਸ਼ਾਦਾ ਛਕਿਆ। ਭੂਮ ਸੈਨ ਕੀ ਨਿਸ ਤਿਸ ਥਾਨਾ। ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਰੱਖਦਿਆਂ ਹੋਇਆਂ ਸਾਰੇ ਜ਼ਮੀਨ ਤੇ ਸੁੱਤੇ, ਮੰਜੇ ਤੇ ਨਹੀਂ ਸੁੱਤੇ। ਗੁਰਬਾਣੀ ਦਾ ਅਦਬ ਇੰਨਾ ਕਰਦੇ ਸੀ ਵੀ ਮਹਾਰਾਜ ਆਪ ਵੀ ਧਰਤੀ ਤੇ ਸੁੱਤੇ ਤੇ ਪਲੰਘ ਦੇ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਰੱਖੇ ਹੋਏ ਸਨ। ਹਾਂਜੀ, ਗ੍ਰੰਥ ਸਾਹਿਬ ਆਦਰ ਕੇ ਹੇਤ। ਇਹ ਥੱਲੇ ਕਿਉਂ ਸੁੱਤੇ ਨੇ? ਗੁਰੂ ਅਰਜਨ ਦੇਵ ਜੀ, ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਅਤੇ ਬਾਕੀ ਸੰਗਤਾਂ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਰੱਖਣ ਵਾਸਤੇ ਬਰਾਬਰ ਨਹੀਂ ਸੁੱਤੇ ਮਹਾਰਾਜ ਦੇ ਮੰਜੇ ਤੇ। ਹਾਂਜੀ, ਭੂਤਲ ਸੈਨੇ ਗੁਰੂ ਸਮੇਤ। ਧਰਤੀ ਤੇ ਸੱਚੇ ਪਾਤਸ਼ਾਹ ਜੀ ਬਿਰਾਜੇ ਹਨ। ਹਿਰਦੈ ਵਿਚਾਰਨ ਸ੍ਰੀ ਗੁਰ ਕਰੈ। ਗੁਰੂ ਅਰਜਨ ਦੇਵ ਜੀ ਮਨ 'ਚ ਵਿਚਾਰ ਕਰਦੇ ਨੇ, ਟਹਿਲ ਗ੍ਰੰਥ ਕੀ ਕੌਣ ਸੁਧਰੈ। ਕਿ ਹਰਿਮੰਦਰ ਸਾਹਿਬ ਹੁਣ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋ ਜਾਣਾ, ਤਾਂ ਉੱਥੇ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕੌਣ ਕਰੇਗਾ? ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਕਾਸ਼ ਦੀ ਸੇਵਾ, ਸੁਖਾਸਣ ਦੀ ਸੇਵਾ, ਜਿਹੜੀ ਗ੍ਰੰਥੀ ਸਿੰਘ ਦੀ ਜ਼ਿੰਮੇਵਾਰੀ ਹੈ ਹਰ ਗ੍ਰੰਥੀ ਸਾਹਿਬ ਦੀ, ਉਹ ਕੌਣ ਨਿਭਾਏਗਾ? ਕਿਹੜੇ ਮਹਾਂਪੁਰਸ਼ ਹੋਣ ਜਿਹੜੇ ਸ੍ਰੀ ਹਰਿਮੰਦਰ ਸਾਹਿਬ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਟਹਿਲ ਸੇਵਾ ਕਰਨਗੇ? ਹਾਂਜੀ, ਬੇਦੀ ਤੇਹਣ ਭੱਲੇ ਬੰਸ। ਬੜੇ ਬੜੇ ਮਹਾਂਪੁਰਸ਼ ਗੁਰੂ ਘਰ ਵਿੱਚ ਹਨ, ਜਿਨ੍ਹਾਂ ਵਿੱਚੋਂ ਸਤਿਗੁਰੂ ਨਾਨਕ ਦੇਵ ਜੀ ਦੇ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ ਜੀ ਔਰ ਗੁਰੂ ਨਾਨਕ ਦੇਵ ਜੀ ਦੇ ਪੋਤਰੇ ਬਾਬਾ ਧਰਮ ਚੰਦ ਜੀ, ਗੁਰੂ ਨਾਨਕ ਦੇਵ ਜੀ ਦੇ ਪੜਪੋਤਰੇ ਬਾਬਾ ਮੇਹਰ ਚੰਦ ਤੇ ਬਾਬਾ ਮਾਣਕ ਚੰਦ ਜੀ ਹਨ। ਇੱਧਰ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਅੰਸ-ਬੰਸ ਖਡੂਰ ਸਾਹਿਬ ਵਿੱਚ ਬਾਬਾ ਦਾਤੂ ਜੀ, ਬਾਬਾ ਦਾਸੂ ਜੀ, ਉਹਨਾਂ ਦੇ ਪੁੱਤਰ ਪੋਤਰੇ ਵੀ ਹਨ। ਅੱਗੇ ਗੁਰੂ ਸਾਹਿਬ ਗੁਰੂ ਅਮਰਦਾਸ ਜੀ ਦੀ ਔਲਾਦ ਬਾਬਾ ਮੋਹਰੀ ਜੀ, ਅੱਗੇ ਬਾਬਾ ਮੋਹਰੀ ਜੀ ਦੇ ਪੁੱਤਰ ਆਨੰਦ ਜੀ, ਆਨੰਦ ਜੀ ਦੇ ਪੁੱਤਰ ਬਾਬਾ ਸੁੰਦਰ ਜੀ, ਬਾਬਾ ਅਰਜਾਨੀ ਮੱਲ ਜੀ, ਅਰਥ ਮੱਲ ਜੀ, ਸੰਸਰਾਮ ਜੀ, ਹੋਰ ਵੀ ਬੜੇ ਮਹਾਂਪੁਰਸ਼ ਹਨ। ਸੋਢੀਆਂ ਵਿੱਚ ਵੀ ਚੰਗੇ ਚੰਗੇ ਹਨ। ਪਰ ਹਰਿਮੰਦਰ ਸਾਹਿਬ ਦਾ ਗ੍ਰੰਥੀ ਕਿਹਨੂੰ ਲਾਈਏ? ਸਾਰਿਆਂ ਤੇ ਨਿਗਾਹ ਮਾਰੀ। ਗੁਰੂ ਨਾਨਕ ਸਾਹਿਬ ਦੇ ਪੁੱਤਰਾਂ ਤੇ ਪੋਤਿਆਂ ਪੜੋਤਿਆਂ ਤੇ ਵੀ ਨਿਗਾਹ ਮਾਰੀ। ਗੁਰੂ ਅੰਗਦ ਦੇਵ ਜੀ ਦੇ ਪੁੱਤਰ ਪੋਤਰੇ ਵੀ, ਗੁਰੂ ਅਮਰਦਾਸ ਜੀ ਦੇ ਪੁੱਤਰ ਪੋਤਰੇ ਵੀ, ਸਾਰਿਆਂ ਤੇ ਨਿਗਾਹ ਮਾਰ ਕੇ ਗੁਰੂ ਅਰਜਨ ਦੇਵ ਜੀ ਸੋਚ ਰਹੇ
ਵੀ ਹਰਿਮੰਦਰ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕੌਣ ਕਰੇਗਾ। ਹਾਂਜੀ, ਸੋਢੀ ਜੇ ਕੁਲ ਕੇ ਅਵਤੰਸ, ਜਿਹੜੇ ਗੁਰੂ ਰਾਮਦਾਸ ਜੀ ਸੋਢੀ ਕੁਲ ਦੇ ਹਨ ਉਹਨਾਂ ਨੂੰ ਵੀ ਵੇਖਿਆ ਵੀ ਉਹ ਵੀ ਕੌਣ ਹੈ, ਕੋਈ ਇਹੋ ਜਿਹੀ ਹਸਤੀ ਹੈ ਜਿਹੜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਤਾਬਿਆ ਬੈਠ ਕੇ ਸੰਗਤਾਂ ਨੂੰ ਬਾਣੀ ਸੁਣਾਵੇ। ਹਾਂਜੀ, ਨਿਜ ਕੁਲ ਕੋ ਇਨ ਕੋ ਹੰਕਾਰਾ, ਫਿਰ ਸੋਚਿਆ ਇਹਨਾਂ ਨੂੰ ਸਾਰਿਆਂ ਨੂੰ ਆਪਣੀ ਕੁਲ ਦਾ ਹੰਕਾਰ ਹੈ। ਬੇਦੀਆਂ ਨੂੰ ਵੀ ਆ ਵੀ ਅਸੀਂ ਗੁਰੂ ਨਾਨਕ ਦੇਵ ਜੀ ਦੇ ਪੁੱਤਰ ਹਾਂ, ਤਰੇਣਾ ਨੂੰ ਕਿ ਅਸੀਂ ਗੁਰੂ ਅੰਗਦ ਦੇਵ ਜੀ ਦੇ ਪੁੱਤਰ ਪੋਤਰੇ ਹਾਂ, ਭੱਲੇ ਸਾਹਿਬਜ਼ਾਦਿਆਂ ਨੂੰ ਵੀ ਇਹ ਮਾਣ ਹੈ ਵੀ ਅਸੀਂ ਗੁਰੂ ਅਮਰਦਾਸ ਸਾਹਿਬ ਜੀ ਦੇ ਸਾਹਿਬਜ਼ਾਦੇ ਹਾਂ, ਤੇ ਸੋਢੀਆਂ ਨੂੰ ਵੀ ਗੁਰੂ ਰਾਮਦਾਸ ਸਾਹਿਬ ਦੇ ਸਾਹਿਬਜ਼ਾਦੇ। ਇਹਨਾਂ ਚਾਰ ਗੁਰੂ ਬੰਸਾਂ ਵਿੱਚ ਹਉਮੈ ਵੜ ਗਈ ਹੈ, ਹੰਕਾਰ ਹੈ ਵੀ ਅਸੀਂ ਵੱਡੇ ਹਾਂ, ਸਾਡੀ ਜਾਤ ਉੱਚੀ ਹੈ, ਅਸੀਂ ਗੁਰੂ ਦੇ ਅੰਸ਼ ਬੰਸ ਹਾਂ। ਹਾਂਜੀ, ਕਰ ਨਾ ਸਕਹਿਗੇ ਸੇਵ ਉਦਾਰਾ, ਜਿਹਦੇ 'ਚ ਹੰਕਾਰ ਹੁੰਦਾ ਉਹ ਸੇਵਾ ਨਹੀਂ ਕਰ ਸਕਦਾ। ਹਉਮੈ ਵਿੱਚ ਸੇਵਾ ਨਾ ਹੋਵੇ ਤਾਂ ਮਨ ਬਿਰਥਾ ਜਾਏ। ਸੇਵਾ ਹਮੇਸ਼ਾ ਉਹ ਬੰਦਾ ਕਰ ਸਕਦਾ ਜਿਹਦੇ 'ਚ ਹੰਕਾਰ ਮਿਟ ਜਾਵੇ। ਇਹ ਸੇਵਾ ਨਹੀਂ ਕਰ ਸਕਦੇ, ਨਾ ਬੇਦੀ ਕਰ ਸਕਦੇ, ਕਿਉਂਕਿ ਉਹਨਾਂ ਨੂੰ ਇਹ ਹੈ ਵੀ ਅਸੀਂ ਵੱਡੇ ਹਾਂ, ਅਸੀਂ ਮਹਾਰਾਜ ਦੇ ਗੁਰੂ ਨਾਨਕ ਸਾਹਿਬ ਦੇ ਪੁੱਤਰ ਪੋਤਰੇ ਹਾਂ, ਤੇ ਤਰੇਣਾ ਨੂੰ ਵੀ ਅਸੀਂ ਵੀ ਵੱਡੇ ਹਾਂ, ਗੁਰੂ ਸਾਹਿਬ ਗੁਰੂ ਅੰਗਦ ਦੇਵ ਜੀ ਦੇ ਪੁੱਤਰ ਪੋਤਰੇ ਹਾਂ। ਇਹਨਾਂ ਸਾਰਿਆਂ ਤੋਂ ਸੇਵਾ ਹੋ ਨਹੀਂ ਸਕਣੀ। ਹਾਂਜੀ, ਇਹ ਸੇਵਕ ਕੀ ਵਸਤ ਸਦੀਵਾ, ਮਹਾਰਾਜ ਸੋਚਦੇ ਹੈ ਇਹ ਜਿਹੜੀ ਵਡਿਆਈ ਗੁਰੂ ਘਰ ਦੀ ਹੈ ਇਹ ਸੇਵਕ ਦੀ ਹੈ। ਸੇਵਕ ਕੀ ਵਸਤੂ ਹੈ, ਸਦੀਵ ਕਾਲ ਤੋਂ ਜਿਹੜਾ ਨਿਮਾਣਾ ਹੋ ਕੇ ਸੇਵਾ ਕਰੇ ਉਹਨੂੰ ਹੀ ਮਿਲਦੀ ਹੈ, ਹੰਕਾਰੀ ਨੂੰ ਇਹ ਦਾਤਾਂ ਨਹੀਂ ਮਿਲਦੀਆਂ। ਨਿਰਹੰਕਾਰ ਜਿਨਹੁ ਮਨ ਨੀਵਾ, ਇਹ ਉਹਨਾਂ ਨੂੰ ਦਾਤ ਮਿਲਦੀ ਹੈ ਜਿਹੜੇ ਨਿਰਹੰਕਾਰ ਹੋ ਕੇ ਮਨ ਨੀਵਾ ਤੇ ਮਤ ਉੱਚੀ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਰੋਜ਼ ਅਰਦਾਸੇ 'ਚ ਆਪਾਂ ਪੜ੍ਹਦੇ ਹਾਂ ਸਿੱਖਾਂ ਦਾ ਮਨ ਨੀਵਾ ਤੇ ਮਤ ਉੱਚੀ, ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਮਨ ਨੀਵਾ ਹੋਵੇ, ਆਪਣੇ ਆਪ ਨੂੰ ਸਾਰਿਆਂ ਤੋਂ, ਜਿੰਨੀ ਸੰਗਤ ਹੈ ਜਿੰਨੀ ਸ੍ਰਿਸ਼ਟੀ ਹੈ ਸਾਰੀ ਵੱਡੀ ਹੈ, ਮੈਂ ਨੀਵਾ। जितनी सृष्टि तुमरी प्रभ मेरे ते सब ऊंच हम नीच बिख्यास। महाराज जी सारी सृष्टि उच्ची है, मैं सारिਆਂ ਤੋਂ ਨੀਵਾਂ ਹਾਂ। ਇਹੋ ਜਿਹੀ ਬਿਰਤੀ ਹੋਣੀ ਚਾਹੀਦੀ ਹੈ। ਹਾਂਜੀ, ਸੇਵਾ ਵਿਖੇ ਨਿਪੁੰਨ ਜੋ ਹੋਏ, ਮਹਾਰਾਜ ਕਹਿੰਦੇ ਸੇਵਾ ਹਰਿਮੰਦਰ ਸਾਹਿਬ ਦੀ ਉਸੇ ਨੂੰ ਦੇਣੀ ਹੈ ਜਿਹੜਾ ਸੇਵਾ 'ਚ ਨਿਪੁੰਨ ਹੋਵੇ, ਪਰਫੈਕਟ ਹੋਵੇ ਪੂਰੀ ਤਰ੍ਹਾਂ, ਸੇਵਾ ਦੇ ਵਿੱਚ ਕੋਈ ਕਮੀ ਨਾ ਹੋਵੇ, ਉਹਦੀ ਸੇਵਾ ਭਾਵਨਾ ਵਾਲੀ ਹੋਵੇ, ਸ਼ਰਧਾ ਵਾਲੀ ਹੋਵੇ, ਉਹ ਗੁਰੂ ਗ੍ਰੰਥ ਸਾਹਿਬ ਦਾ ਗ੍ਰੰਥੀ ਬਣੇ। ਹਾਂਜੀ, ਕਰੀਏ ਹੈ ਇਹਾ ਸਥਾਪਨ ਸੋਏ, ਉਹ ਕੋਈ ਮਹਾਂਪੁਰਸ਼ ਹਰਿਮੰਦਰ ਸਾਹਿਬ 'ਚ ਬਿਠਾਈਏ, ਉਹਨੂੰ ਸਥਾਪਨ ਕਰੀਏ ਜਿਹੜਾ ਇਸ ਗੱਦੀ ਦੇ ਹਰਿਮੰਦਰ ਸਾਹਿਬ ਦੇ ਵਿੱਚ ਬਹਿਣ ਦਾ ਹੱਕਦਾਰ ਹੋਵੇ, ਲਾਇਕ ਹੋਵੇ, ਯੋਗ ਹੋਵੇ। ਹਾਂਜੀ, ਸ੍ਰੀ ਨਾਨਕ ਕੋ ਦਰਸ਼ਨ ਕੀਨ, ਫਿਰ ਨਿਗਾਹ ਗਈ ਹੈ ਜਿਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕੀਤੇ ਹਨ। ਹਾਂਜੀ, ਅਸ ਬੁੱਢਾ ਵਿੱਚ ਸੇਵ ਪ੍ਰਵੀਨ, ਸਾਰੇ ਪੰਥ ਵਿੱਚ ਸਭ ਤੋਂ ਸ਼੍ਰੋਮਣੀ ਕੌਣ ਹਨ ਇਸ ਵੇਲੇ? ਬਾਬਾ ਬੁੱਢਾ ਸਾਹਿਬ ਜੀ ਹਨ। ਬਾਬਾ ਬੁੱਢਾ ਜੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ 6ਵੇਂ ਪਾਤਸ਼ਾਹ ਤੱਕ 6 ਗੁਰੂ ਸਾਹਿਬਾਂ ਦੀ ਸੇਵਾ ਕੀਤੀ ਹੈ। ਸਭ ਤੋਂ ਵੱਡੀ ਗੁਰੂ ਘਰ 'ਚ ਲੰਮੀ ਸੇਵਾ ਬਾਬਾ ਬੁੱਢਾ ਸਾਹਿਬ ਦੀ ਹੈ। ਤੇ ਬਾਬਾ ਬੁੱਢਾ ਜੀ ਪਰਮ ਪ੍ਰਵੀਨ ਹਨ, ਬ੍ਰਹਮ ਗਿਆਨੀ ਮਹਾਂਪੁਰਸ਼ ਹਨ, ਹਰ ਵਿਦਿਆ ਦੇ ਗਿਆਤਾ ਹਨ। ਹਾਂਜੀ, ਐਮ ਵਿਚਾਰ ਕਰ ਨਿੰਦਾ ਪਾਈ, ਨਿੰਦਰਾ ਪਾਈ, ਐਮ ਵਿਚਾਰ ਕਰ ਨਿੰਦਰਾ ਪਾਈ। ਏਦਾਂ ਵਿਚਾਰ ਕਰਕੇ ਸਤਿਗੁਰੂ ਜੀ ਸੌਂ ਗਏ। ਸਾਰੀ ਸੰਗਤ ਬਸ ਸਵੇਰੇ ਗੁਰੂ ਗ੍ਰੰਥ ਸਾਹਿਬ ਹਰਿਮੰਦਰ ਸਾਹਿਬ ਜਾਣਗੇ, ਪਹਿਲੀ ਵਾਰੀ ਪ੍ਰਕਾਸ਼ ਹੋਵੇਗਾ ਤੇ ਬਾਬਾ ਬੁੱਢਾ ਸਾਹਿਬ ਨੂੰ ਹੀ ਇਹ ਸੇਵਾ 'ਚ ਲਾਵਾਂਗੇ। ਅੰਦਰ ਆਪਣੇ ਮਨ 'ਚ ਫੈਸਲਾ ਕਰ ਲਏਗਾ, ਅਜੇ ਕਿਸੇ ਨੂੰ ਦੱਸਿਆ ਨਹੀਂ। ਗੁਰੂ ਜੀ ਨੇ ਆਪਣੇ ਮਨ 'ਚ ਫੈਸਲਾ ਕੀਤਾ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬਾਬਾ ਬੁੱਢਾ ਸਾਹਿਬ ਜੀ ਬੈਠਿਆ ਕਰਨਗੇ। ਹਾਂਜੀ, ਜਾਗੇ ਜਾਮਨ ਜਾਮ ਰਹਾਈ, ਜਦੋਂ ਸਾਧ ਸੰਗਤ ਜੀ ਅੰਮ੍ਰਿਤ ਵੇਲਾ ਸਵਾ ਪਹਿਰ ਰਾਤ ਰਹਿੰਦੀ ਗੁਰੂ ਅਰਜਨ ਦੇਵ ਜੀ ਉੱਠੇ, ਇਸ਼ਨਾਨ ਕੀਤਾ। ਹਾਂਜੀ, ਬੁੱਢਾ ਪੁਨ ਗੁਰਦਾਸੋ ਜਾਗੇ, ਬਾਬਾ ਬੁੱਢਾ ਸਾਹਿਬ ਜੀ ਤੇ ਭਾਈ ਗੁਰਦਾਸ ਜੀ ਵੀ ਜਾਗੇ। ਸ੍ਰੀ ਗੁਰੂ ਚਰਨ ਪ੍ਰੇਮ ਮਹਿ ਪਾਗੇ, ਦੋਵੇਂ ਮਹਾਂਪੁਰਸ਼ ਗੁਰੂ ਮਹਾਰਾਜ ਦੇ ਪਿਆਰ ਵਿੱਚ ਭਿੱਜੇ ਹੋਏ ਨੇ।
ਹੋਰ ਵੀ ਬੜੀਆਂ ਮਹਾਨ ਪਵਿੱਤਰ ਰੂਹਾਂ ਗੁਰੂ ਕੇ ਸਿੱਖ ਆਪੋ ਆਪਣੇ ਥਾਂ ਉੱਠ ਕੇ ਇਸ਼ਨਾਨ ਕਰਨ ਲੱਗੇ ਹਨ। ਹਾਂਜੀ। ਸੋਚ ਰਾਮਸਰ ਕੀਨ ਇਸ਼ਨਾਨਾ, ਸਰੋਵਰ ਰਾਮਸਰ ਤੇ ਹੀ ਸਾਰਿਆਂ ਨੇ ਇਸ਼ਨਾਨ ਕੀਤਾ ਹੈ। ਬਦਰੀ ਤਰ ਬੈਠੇ ਕਰ ਧਿਆਨਾ, ਉੱਥੇ ਜਿਹੜੀ ਬੇਰੀ ਹੈ ਸਾਧ ਸੰਗਤ ਜੀ, ਸ੍ਰੀ ਰਾਮਸਰ, ਜਿਹਦੇ ਥੱਲੇ ਸੁਖਮਨੀ ਸਾਹਿਬ ਮਹਾਰਾਜ ਨੇ ਉਚਾਰਨ ਕੀਤਾ, ਅਜੇ ਵੀ ਖੜੀ ਹੈ। ਉਸ ਬੇਰੀ ਦੇ ਥੱਲੇ ਗੁਰੂ ਅਰਜਨ ਦੇਵ ਜੀ ਚੌਂਕੜਾ ਮਾਰ ਕੇ ਧਿਆਨ ਲਾ ਕੇ ਬੈਠੇ ਹਨ। ਦੁਆ ਘਟਕਾ ਲਖ ਅੰਮ੍ਰਿਤ ਕਾਲਾ, 2 ਘੜੀਆਂ ਚੌਂਕੜਾ ਮਾਰ ਕੇ ਬੈਠੇ ਰਹੇ ਅੰਮ੍ਰਿਤ ਵੇਲੇ ਸਤਿਗੁਰੂ ਸਾਹਿਬ ਪੰਜਵੇਂ ਪਾਤਸ਼ਾਹ ਜੀ। ਹਾਂਜੀ। ਸ੍ਰੀ ਅਰਜਨ ਬਚ ਕਹਿਓ ਰਸਾਲਾ, ਤੇ ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਜੀ ਵੀ ਆਪਣੇ ਸਿਮਰਨ ਭਜਨ ਵਿੱਚ ਲੀਨ, ਤੇ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਬਚਨ ਕੀਤਾ। ਬੁੱਢਾ ਨਿਜ ਸਿਰ ਪਰ ਧਰ ਗ੍ਰੰਥ, ਜਦੋਂ ਦਿਨ ਚੜ੍ਹਿਆ ਅੰਮ੍ਰਿਤ ਵੇਲੇ ਤੇ ਮਹਾਰਾਜ ਕਹਿੰਦੇ, ਬਾਬਾ ਜੀ ਬੁੱਢਾ ਸਾਹਿਬ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪਣੇ ਸੀਸ ਤੇ ਧਰ ਲਓ। ਗੁਰੂ ਗ੍ਰੰਥ ਸਾਹਿਬ ਦਾ ਪੀੜਾ ਸਾਹਿਬ ਕਮਰ ਕਸਾ ਕਰਕੇ ਸਵਾਰਾ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣੇ ਸੀਸ ਤੇ ਤੁਸੀਂ ਰੱਖੋ। ਹਾਂਜੀ। ਆਗੇ ਚਲੋ ਸੁਧਾਸਰ ਪੰਥ, ਅੱਗੇ ਅੱਗੇ ਤੁਸੀਂ ਚੱਲੋ, ਅੰਮ੍ਰਿਤਸਰ ਵੱਲ ਚੱਲੋ, ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਵੱਲ ਚੱਲੋ। ਹਾਂਜੀ। ਮਾਨ ਬਾਕ ਲੈ ਭਇਓ ਅਗਾਰੇ, ਬਾਬਾ ਬੁੱਢਾ ਜੀ ਬਚਨ ਮੰਨ ਕੇ ਗੁਰੂ ਗ੍ਰੰਥ ਸਾਹਿਬ ਜੀ ਸੀਸ ਤੇ ਰੱਖ ਲਿਆ ਤੇ ਅੱਗੇ ਅੱਗੇ ਤੁਰ ਪਏ ਹਨ। ਹਾਂਜੀ। ਚਮਰ ਗੁਰੂ ਅਰਜਨ ਕਰ ਧਾਰੇ, ਤੇ ਗੁਰੂ ਅਰਜਨ ਦੇਵ ਜੀ ਹੱਥ ਵਿੱਚ ਚੌਰ ਸਾਹਿਬ ਫੜ ਲਿਆ। ਗੁਰੂ ਗ੍ਰੰਥ ਸਾਹਿਬ ਉੱਤੇ ਚੌਰ ਕਰਨ ਦੀ ਮਰਜ਼ਾਦਾ ਇਹ ਗੁਰੂ ਅਰਜਨ ਦੇਵ ਜੀ ਨੇ ਚਲਾਈ ਸੀ, ਤੇ ਅੱਜ ਕੱਲ੍ਹ ਜਿਹੜੇ ਜੰਮੇ ਨਵੇਂ ਕਹਿੰਦੇ ਬੰਦ ਕਰਨੀ ਹੈ। ਸਾਧ ਸੰਗਤ ਜਿਨ੍ਹਾਂ ਦਾ ਪਿਓ ਵੀ ਨਹੀਂ ਬੰਦ ਕਰ ਸਕਦਾ। ਜਿਹੜੀ ਗੁਰੂ ਅਰਜਨ ਸਾਹਿਬ ਨੇ ਚਲਾਈ ਰੀਤੀ ਉਹ ਕੋਈ ਨਹੀਂ ਬੰਦ ਕਰ ਸਕਦਾ। ਬੰਦ ਕੀਤੀ ਸੀ ਇੱਕ ਵਾਰੀ ਹਰਿਮੰਦਰ ਸਾਹਿਬ ਤੋਂ ਅਕਾਲ ਤਖਤ ਤਾਈਂ, ਅਕਾਲ ਤਖਤ ਸਾਹਿਬ ਤੋਂ ਹਰਿਮੰਦਰ ਸਾਹਿਬ ਤਾਈਂ ਗੁਰੂ ਗ੍ਰੰਥ ਸਾਹਿਬ ਜਾਂਦੇ, ਬੰਦ ਕਰਤਾ ਚੌਰ ਇਹਨਾਂ ਨੇ। ਤੇ ਸੰਤ ਬਾਬਾ ਅਮੀਰ ਸਿੰਘ ਜੀ ਸਤੋ ਵਾਲੀ ਗਲੀ ਵਾਲੇ ਮਹਾਂਪੁਰਸ਼ਾਂ ਨੇ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਨੂੰ ਸ਼੍ਰੋਮਣੀ ਕਮੇਟੀ ਦੇ ਮੈਂਬਰ ਬਣਾ ਕੇ ਫਿਰ ਦੁਬਾਰਾ ਸ਼ੁਰੂ ਕਰਾਈ ਸੀ। ਇਹ 80-90 ਸਾਲ ਪੁਰਾਣੀ ਗੱਲ ਹੈ। ਉਦੋਂ ਪਸੌੜੀਆਂ ਨੇ ਬਹੁਤ ਮਹਾਰਾਜ ਦੀ ਮਰਜ਼ਾਦਾ ਵਿਗਾੜੀ ਸੀ ਗੁਰੂ ਘਰਾਂ ਦੀ ਸਾਰੀ, ਤੇ ਅੱਜ ਕੱਲ੍ਹ ਜਿਹੜੇ ਰੌਲੇ ਪੈ ਰਹੇ ਉਦੋਂ ਦੇ ਪਾਏ ਹੋਏ ਹੈ। ਸੋ ਖਾਲਸਾ ਜੀ, ਬਾਬਾ ਜੀ ਸੀਸ ਤੇ ਗੁਰੂ ਗ੍ਰੰਥ ਸਾਹਿਬ ਰੱਖ ਲਿਆ ਤੇ ਸਤਿਗੁਰੂ ਅਰਜਨ ਦੇਵ ਜੀ ਚੌਰ ਸਾਹਿਬ ਹੱਥ 'ਚ ਫੜ ਕੇ ਤੁਰ ਪਏ ਹਨ। ਹਾਂਜੀ। ਸੰਖ ਅਨੇਕ ਲਗ ਧੁੰਦਬ ਬਾਜੇ, ਸੰਖ ਵੱਜਣ ਲੱਗ ਪਏ ਨੇ, ਨਗਾਰੇ ਵੱਜਣ ਲੱਗ ਪਏ ਨੇ, ਰਣ ਸਿੰਘੇ ਅੱਗੇ ਅੱਗੇ ਵੱਜਦੇ ਵਾਜੇ ਗਾਜਿਆਂ ਨਾਲ। ਸ਼ਬਦ ਪੜ੍ਹਦੀਆਂ ਸੰਖਨ ਕੀ ਧੁਨ ਘੰਟਨ ਕੀ ਕਰ ਫੂਲਨ ਕੀ ਬਰਖਾ ਬਰਖਾਵੇਂ। ਫੁੱਲਾਂ ਦੀ ਵਰਖਾ ਕਰਦੀਆਂ ਹੋਈਆਂ ਸੰਗਤਾਂ ਬੜੇ ਉਤਸ਼ਾਹ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਵਾਰਾ ਲੈ ਕੇ ਜਾ ਰਹੀਆਂ ਨੇ। ਹਾਂਜੀ। ਜੈ ਜੈਕਾਰ ਊਚ ਸੁਰ ਗਾਜੇ, ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਨਾਮ ਦੇ ਜੈਕਾਰੇ ਗਜਾਏ ਜਾ ਰਹੇ ਨੇ। ਹਾਂਜੀ। ਸੁੰਦਰ ਸ੍ਰੀ ਹਰਿ ਗੋਬਿੰਦ ਚੰਦ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਉਦੋਂ ਲਗਭਗ 9 ਸਾਲ ਦੇ ਸਨ। 9 ਸਾਲ ਦੇ ਸੀ ਮਹਾਰਾਜ ਛੇਵੇਂ ਪਾਤਸ਼ਾਹ। ਬਹੁਤ ਹੀ ਸੁੰਦਰ ਸਨ, ਬਹੁਤ ਹੀ ਸੁੰਦਰ ਸਨ। ਆਪ ਜੀ 9 ਸਾਲ ਦੇ ਸਨ ਪਰ ਲੱਗਦੇ ਹੋ ਸੀ 15-16 ਸਾਲ ਦੇ ਹੋ। ਕੱਦ ਕਾਠ ਬੜਾ ਵੱਡਾ ਸੀ, ਬਾਹਲੇ ਹੀ ਸੁੰਦਰ। ਸਤਿਗੁਰੂ ਆਪਣੇ ਪਿਤਾ ਜੀ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਸਵਾਰੇ ਦੇ ਪਿੱਛੇ ਪਿੱਛੇ ਤੁਰੇ ਜਾਂਦੇ ਹਨ। ਹਾਂਜੀ। ਸੰਗ ਚਲਤ ਹੋਏ ਸ਼ੋਭ ਬਿਲੰਦ, ਬੜੇ ਸੋਹਣੇ ਲੱਗਦੇ। ਪੰਜਵੇਂ ਪਾਤਸ਼ਾਹ ਵੀ ਜਾ ਰਹੇ ਨੇ, ਛੇਵੇਂ ਪਾਤਸ਼ਾਹ ਵੀ ਜਾ ਰਹੇ ਨੇ, ਤੇ ਨਾਲ ਮਹਾਰਾਜ ਜੀ ਦਾ ਸਵਾਰਾ ਬਾਬਾ ਬੁੱਢਾ ਸਾਹਿਬ ਜੀ ਨੇ ਸੀਸ ਤੇ ਰੱਖਿਆ ਹੋਇਆ ਹੈ। ਹਾਂਜੀ। ਹਰ ਮੰਦਰ ਮਹਿ ਜਾਏ ਪਹੁੰਚੇ, ਏਦਾਂ ਬੜੇ ਸੁੰਦਰ ਸ਼ਬਦ ਪੜ੍ਹਦੇ ਹੋਏ, ਬਾਣੀ ਪੜ੍ਹਦੇ ਹੋਏ, ਕੀਰਤਨ ਕਰਦੇ ਹੋਏ ਗੁਰੂ ਸਾਹਿਬ ਦਾ ਸਵਾਰਾ ਲੈ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਾ ਪਹੁੰਚੇ ਹਨ। ਹਾਂਜੀ। ਰਾਗੀ ਰਾਗ ਕਰਤ ਸੁਰ ਉੱਚੇ, ਰਾਗੀ ਉੱਚੀ ਉੱਚੀ ਧੁਨੀ ਵਿੱਚ ਕੀਰਤਨ ਕਰ ਰਹੇ ਨੇ। ਅਦੋਂ ਮਹਾਰਾਜ ਦੀ ਬਾਣੀ ਉੱਚੀ ਸੁਰ ਵਿੱਚ ਗਾ ਰਹੇ ਨੇ। ਹਾਂਜੀ। ਜੰਮੀ ਸਹਿਤ ਗ੍ਰੰਥ ਤਹਿ ਥਾਪ, ਮੰਜੀ ਸਹਿਤ ਸਹਿਤ ਗ੍ਰੰਥ ਤਹਿ ਥਾਪ, ਮੰਜੀ ਸਹਿਤ ਗ੍ਰੰਥ ਤਹਿ ਥਾਪ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੰਜੀ ਸਮੇਤ, ਪੀੜੇ ਸਮੇਤ ਉੱਥੇ ਜਾ ਕੇ ਬਿਰਾਜਮਾਨ ਕੀਤਾ ਜਿੱਥੇ ਅੱਜ ਕੱਲ੍ਹ ਹੁੰਦਾ।
ਤੁਸੀਂ ਦਰਬਾਰ ਸਾਹਿਬ ਸਾਰੇ ਗਏ ਹੋ, ਉੱਥੇ ਜਿੱਥੇ ਅੱਜ ਕੱਲ੍ਹ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਉਹਦੇ ਥੱਲੇ ਸਾਧ ਸੰਗਤ ਜੀ ਸੋਨੇ ਦਾ ਪੱਤਰਾ ਲੱਗਾ ਹੋਇਆ, ਪੂਰੀ ਪਲੇਟ। ਰਾਤ ਨੂੰ ਕਦੀ ਤੁਸੀਂ 12 ਵਜੇ ਜਾਓ, ਫਿਰ ਇਸ਼ਨਾਨ ਦੀ ਸੇਵਾ ਹੁੰਦੀ ਹੈ, ਉਹਦੀ ਮਰਜ਼ਾਦਾ ਹੈ। ਸਾਰਿਆਂ ਨੂੰ ਤਾਂ ਨਹੀਂ ਜਾਣ ਦਿੰਦੇ, ਪਰ ਪ੍ਰੇਮੀ ਸਿੰਘ ਤਿਆਰ ਬਰ ਤਿਆਰ ਕਛਹਿਰੇ ਵਿੱਚ ਪਜਾਮਾ ਪੈਂਟ ਨਹੀਂ ਕੋਈ ਪਾਣੀ, ਕਛਹਿਰਾ ਪਾ ਕੇ ਕਿਰਪਾਨ ਉੱਤੋਂ ਦੀ ਪਾਈ ਹੋਵੇ, ਤਿਆਰ ਬਰ ਤਿਆਰ ਸਿੰਘ ਅਰਦਾਸ ਕਰਾ ਕੇ ਜਾਂਦੇ। ਦਾਸ ਨੇ ਵੀ 1-2 ਵਾਰੀ ਦਰਸ਼ਨ ਕੀਤੇ। ਬੜਾ ਸੁੰਦਰ ਥੱਲੇ ਪਲੇਟ ਲੱਗੀ, ਉਨੀ ਥਾਂ ਤੇ ਜਿੱਥੇ ਮਹਾਰਾਜ ਦਾ ਸਵਾਰਾ ਬਿਰਾਜਮਾਨ ਕੀਤਾ ਜਾਂਦਾ ਹੈ, ਯਾਨੀ ਪੀੜੇ ਸਾਹਿਬ ਦੇ 4 ਪਾਵਿਆਂ ਜਿੰਨੀ ਥਾਂ ਜਿਹੜੀ ਹੈ ਉਹ ਵੱਖਰੀ ਹੈ। ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਵਾਰਾ ਬਾਬਾ ਬੁੱਢਾ ਸਾਹਿਬ ਜੀ ਨੇ ਲਿਆ ਕੇ ਸਥਾਪਿਤ ਕੀਤਾ ਹੈ। ਬੈਠੇ ਨਿਕਟ ਗੁਰੂ ਤਬ ਆਪ, ਗੁਰੂ ਅਰਜਨ ਦੇਵ ਜੀ ਕੋਲ ਬੈਠ ਗਏ ਹਨ। ਹਾਂਜੀ, ਵਾਰ ਭੋਗ ਕੋ ਸੁਨ ਮਨ ਲਾਈ। ਆਸਾ ਦੀ ਵਾਰ ਚੱਲ ਰਹੀ ਸੀ, ਆਸਾ ਦੀ ਵਾਰ ਦਾ ਭੋਗ ਪਿਆ, ਆਸਾ ਦੀ ਵਾਰ ਦਾ ਭੋਗ ਸੁਣਿਆ। ਉਹਨਾਂ ਚਿਰ ਗੁਰੂ ਸਾਹਿਬ ਦਾ ਪ੍ਰਕਾਸ਼ ਨਹੀਂ ਕੀਤਾ, ਆਸਾ ਦੀ ਵਾਰ ਚੱਲਦੀ ਰਹੀ। ਜਦੋਂ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਆਏ, ਜਿਹੜੇ 1-2 ਛੱਕੇ ਰਹਿੰਦੇ ਸਨ, ਰਾਗੀ ਸਿੰਘਾਂ ਨੇ ਉਹ ਵੀ ਪੂਰੇ ਕਰ ਦਿੱਤੇ। ਸ੍ਰੀ ਆਸਾ ਦੀ ਵਾਰ ਦਾ ਭੋਗ ਪਾ ਦਿੱਤਾ। ਹਾਂਜੀ, ਸ੍ਰੀ ਅਰਜਨ ਪੁਨ ਗਿਰਾ ਅਲਾਈ। ਆਸਾ ਦੀ ਵਾਰ ਦੇ ਭੋਗ ਤੋਂ ਬਾਅਦ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਤਰ੍ਹਾਂ ਬੋਲੇ ਹਨ। ਹਾਂਜੀ, ਬੁੱਢਾ ਸਾਹਿਬ ਖੋਲੋ ਗ੍ਰੰਥ। ਹੇ ਬਾਬਾ ਬੁੱਢਾ ਸਾਹਿਬ ਜੀ, ਖੋਲੋ ਗ੍ਰੰਥ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰੋ। ਹਾਂਜੀ, ਲੇਹੋ ਆਵਾਜ਼ ਸੁਨਹਿ ਸਭ ਪੰਥ। ਔਰ ਆਵਾਜ਼ਾਂ ਲਵੋ, ਹੁਕਮਨਾਮਾ ਲਵੋ। ਸੰਗਤਾਂ ਹੁਕਮਨਾਮਾ ਸੁਣਨਗੀਆਂ, ਸਾਰਾ ਪੰਥ ਸੁਣੇਗਾ। ਗੁਰੂ ਨਾਨਕ ਦਾ ਪੰਥ, ਗੁਰੂ ਨਾਨਕ ਦੀ ਸੰਪਰਦਾ, ਇਹ ਨਾਨਕ ਪੰਥੀ ਗੁਰਸਿੱਖ ਜਿਹੜੇ ਹਨ ਹੁਕਮਨਾਮਾ ਸੁਣਨਗੇ। ਹਾਂਜੀ, ਸੁਣ ਗੁਰ ਬਚਨ ਰੁਚਿ ਮਨ ਲਾਇਕ। ਸਾ ਗੁਰੂ ਅਰਜਨ ਦੇਵ ਜੀ ਦੇ ਬੜੇ ਪਿਆਰ ਭਿੱਜੇ ਬੋਲ ਸੁਣ ਕੇ, ਸਤ ਬਾਕ ਮੁਖ ਜਲਜ ਲਾਇਕ। 7 ਬਚਨ ਮਹਾਰਾਜ ਬਾਬਾ ਬੁੱਢਾ ਸਾਹਿਬ ਜੀ ਦੇ ਮੂੰਹ ਤੋਂ ਬਚਨ ਨਿਕਲਿਆ, 7 ਬਚਨ। ਇਹ 7 ਬਚਨ ਸਤ ਸਿੰਘ ਬੋਲਾ ਖਾਲਸੇ ਦਾ। ਜਿਹੜੇ ਗੁਰਪੰਥ ਵਿੱਚ ਰਹਿੰਦੇ ਆ ਉਹ ਆਪਾਂ ਦੇ ਓਕੇ ਕਰੀ ਜਾਂਦੇ ਆ, ਖਾਲਸੇ ਦੀ ਬੋਲੀ 7 ਬਚਨ। ਜਿਵੇਂ ਕਹਿੰਦੇ ਵੀ ਠੀਕ ਹੈ ਜੀ, ਅੰਗਰੇਜ਼ੀ ਵਾਲੇ ਓਕੇ ਕਰਦੇ ਆ। ਪੁਰਾਤਨ ਸਿੰਘਾਂ ਦਾ ਖਾਲਸੇ ਦਾ ਬੋਲਾ ਗੁਰੂ ਸਾਹਿਬ ਦੇ ਸਮੇਂ 7 ਬਚਨ ਵੀ ਠੀਕ ਹੈ, ਜਿਵੇਂ ਆਪ ਜੀ ਕਹਿ ਰਹੇ ਹੋ ਉਵੇਂ ਹੀ ਹੋਵੇ। 7 ਬਚਨ ਜੀ ਬਾਬਾ ਬੁੱਢਾ ਜੀ ਨੇ ਆਖਿਆ, 7 ਬਚਨ ਸਤਿਗੁਰੂ ਜੀ ਮੈਂ ਪ੍ਰਕਾਸ਼ ਕਰਦਾ। ਹਾਂਜੀ, ਅਦਬ ਸੰਗ ਤਬ ਗ੍ਰੰਥ ਸੋ ਖੋਲਾ। ਬਾਬਾ ਬੁੱਢਾ ਸਾਹਿਬ ਨੇ ਬੜੇ ਅਦਬ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨਾ ਸ਼ੁਰੂ ਕੀਤਾ। ਅਜੇ ਵੀ ਤੁਸੀਂ ਉਹ ਰੀਤੀ ਸਵੇਰੇ ਦਰਬਾਰ ਸਾਹਿਬ ਦੇਖ ਸਕਦੇ ਹੋ। 5 ਪਵਿੱਤਰ ਰੁਮਾਲਿਆਂ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੁਖਾਸਨ ਹੁੰਦਾ, ਤੇ ਉਹ 5 ਰੁਮਾਲੇ ਇੱਕ ਕਰਕੇ ਉਤਾਰੇ ਜਾਂਦੇ ਆ। ਫਿਰ ਮਹਾਰਾਜ ਦਾ ਪ੍ਰਕਾਸ਼ ਕਰਕੇ 2 ਚਾਦਰੇ ਲਾਏ ਜਾਂਦੇ ਆ, ਉੱਤੋਂ ਦੀ ਤੇ ਥੱਲਿਓਂ ਗੱਦੀਆਂ ਸਮੇਤ ਉਹ 2 ਚਾਦਰ। ਇਹ ਰੀਤੀ ਸ੍ਰੀ ਦਰਬਾਰ ਸਾਹਿਬ ਹੀ ਹੈ, ਬਾਕੀ ਸਥਾਨਾਂ ਤੇ ਨਹੀਂ। ਉੱਥੇ ਇਹ ਵੱਖਰੀ ਹੈ। ਘੱਟੋ ਘੱਟ ਵੀ 15 ਮਿੰਟ ਪ੍ਰਕਾਸ਼ ਕਰਨ ਤੇ ਲੱਗਦੇ ਆ। ਉੱਥੇ ਸਵੇਰੇ ਸੇਵਾਦਾਰ ਨਾਲ ਬੜੀ ਮਰਿਆਦਾ ਨਾਲ ਉਹ ਕਰਾਉਂਦੇ ਆ। ਸੋ ਸਾਧ ਸੰਗਤ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਬੜੇ ਹੀ ਅਦਬ, ਭਾਵਨਾ, ਸ਼ਰਧਾ ਨਾਲ ਬਾਬਾ ਬੁੱਢਾ ਸਾਹਿਬ ਜੀ ਨੇ ਕੀਤਾ ਹੈ। ਹਾਂਜੀ, ਲੈ ਆਵਾਜ਼ ਬੁੱਢਾ ਮੁਖ ਬੋਲਾ। ਤਾਂ ਬਾਬਾ ਬੁੱਢਾ ਜੀ ਨੇ ਸਤਨਾਮ ਸ੍ਰੀ ਵਾਹਿਗੁਰੂ ਦਾ ਨਾਮ ਲੈ ਕੇ ਆਵਾਜ਼ਾਂ ਲਿਆ, ਹੁਕਮਨਾਮਾ ਲਿਆ। ਬਾਬਾ ਬੁੱਢਾ ਜੀ ਜੋ ਬੋਲੇ ਹਨ ਸੋ ਸੁਣੀਏ। ਹਾਂਜੀ, ਸੂਹੀ ਮਹੱਲਾ ਪੰਜਵਾ। ਹੁਕਮਨਾਮਾ ਇਹ ਆਇਆ, ਸੂਹੀ ਮਹੱਲਾ ਪੰਜਵਾ। 5ਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦਾ ਇਹ ਸ਼ਬਦ ਸੂਹੀ ਰਾਗ ਵਿੱਚ ਉਦੋਂ ਉਚਾਰਿਆ ਸੀ ਜਦੋਂ ਅਕਾਲ ਪੁਰਖ ਨੇ ਆ ਕੇ ਹਰਿਮੰਦਰ ਸਾਹਿਬ ਦਾ ਨਕਸ਼ਾ ਬਣਾ ਕੇ ਦਿੱਤਾ ਸੀ, ਉਦੋਂ ਇਹ ਸ਼ਬਦ ਉਚਾਰਿਆ ਸੀ। ਹੁਣ ਉਹ ਸ਼ਬਦ ਹੁਕਮਨਾਮੇ 'ਚ ਵੀ ਆ ਗਿਆ। ਹਾਂਜੀ, ਸੰਤਾਂ ਕੇ ਕਾਰਜ ਆਪ ਖਲੋਇਆ। ਇਹ ਪਾਵਨ ਹੁਕਮਨਾਮਾ ਆਇਆ ਸੀ, ਸੰਤਾਂ ਦੇ ਕਾਰਜ ਆਪ ਖਲੋਇਆ। ਕਿ ਅਕਾਲ ਪੁਰਖ ਆਪਣੇ ਸੰਤਾਂ ਦੇ ਕੰਮ 'ਚ ਆਪ ਹਾਜ਼ਰ ਨਾਜ਼ਰ ਹੋ ਜਾਂਦਾ, ਆਪ ਆ ਕੇ ਖਲੋ ਗਿਆ ਆਪਣੇ ਸੇਵਕਾਂ ਦੇ ਕਾਰਜ ਸਵਾਰਨ ਵਾਸਤੇ। ਹਾਂਜੀ, ਹਰ ਕੰਮ ਕਰਾਵਣ ਆਇਆ ਰਾਮ। ਹਰੀ ਪ੍ਰਮਾਤਮਾ ਆਪਣੇ ਭਗਤਾਂ ਦੇ ਕੰਮ ਕਰਾਉਣ ਆਪ ਆਇਆ। ਅਕਾਲ ਪੁਰਖ ਨੇ
ਸਾਧ ਸੰਗਤ ਜੀ ਇੱਕ ਹੱਥ ਵਿੱਚ ਕਈ ਫੜੀ ਸੀ, ਇੱਕ ਹੱਥ ਵਿੱਚ ਟੋਕਰੀ। ਆ ਕੇ ਮਿੱਟੀ ਪੁੱਟ ਕੇ ਸਰੋਵਰ ਚੋਂ ਮਹਾਰਾਜ ਅਕਾਲ ਪੁਰਖ ਆਪ ਬਾਹਰ ਸਿੱਟਣ ਲੱਗ ਪਿਆ ਸੀ। ਇਹ ਕੌਤਕ ਗੁਰੂ ਅਰਜਨ ਦੇਵ ਜੀ ਨੇ ਦੇਖ ਕੇ ਅਕਾਲ ਪੁਰਖ ਦੇ ਦਰਸ਼ਨ ਕਰਕੇ ਇਹ ਸ਼ਬਦ ਉਚਾਰਿਆ ਸੀ ਕਿ ਸੰਤਾਂ ਦੇ ਕਾਰਜ ਆਪ ਖਲੋਇਆ। ਅੰਮ੍ਰਿਤਸਰ ਸਰੋਵਰ ਦੀ ਸੇਵਾ ਕਰਾਉਣ ਲਈ, ਇਹ ਕੰਮ ਕਰਾਉਣ ਲਈ ਮਹਾਰਾਜ ਆਪ ਪਰਮੇਸ਼ਰ ਸਰਗੁਣ ਰੂਪ ਵਿੱਚ ਆ ਗਏ ਤੇ ਆਪ ਵਿੱਚ ਕੰਮ ਕਰਾਉਣ ਆਇਆ ਰਾਮ। ਆਪ ਸਾਰੇ ਕੰਮ ਕਰਾਉਣ ਅਕਾਲ ਪੁਰਖ ਜੀ, ਕਿਉਂਕਿ ਪਰਮੇਸ਼ਰ ਨਿਰਗੁਣ ਵੀ ਹੈ, ਪਰਮੇਸ਼ਰ ਸਰਗੁਣ ਵੀ। ਨਿਰਗੁਣ ਆਪ, ਸਰਗੁਣ ਵੀ ਉਹੀ। ਨਿਰਗੁਣ ਰੂਪ ਵਿੱਚ ਸਾਰੀ ਸ੍ਰਿਸ਼ਟੀ 'ਚ ਬਿਰਾਜਮਾਨ ਹੈ। ਤੁਹਾਡੇ ਸਾਡੇ ਸਾਰਿਆਂ ਦੇ ਅੰਦਰ ਪਰਮੇਸ਼ਰ ਦੀ ਜੋਤ ਨਿਰਗੁਣ ਸਰੂਪ 'ਚ ਬਿਰਾਜਮਾਨ ਹੈ, ਪਤਾ ਨਹੀਂ ਲੱਗਦਾ। ਸਰਗੁਣ ਰੂਪ ਵਿੱਚ ਵੀ ਆ ਜਾਂਦਾ ਹੈ, ਕੋਈ ਖਾਸ ਰੂਪ ਧਾਰਨ ਕਰਕੇ ਕਦੀ ਧੰਨੇ ਦੀਆਂ ਗਊਆਂ ਚਰਾ ਦਿੰਦਾ ਤੇ ਕਦੀ ਸਾਧ ਸੰਗਤ ਜੀ ਆਪਣੇ ਭਗਤਾਂ ਦੀ ਲਾਜ ਰੱਖਣ ਲਈ ਕੋਈ ਰੂਪ ਧਾਰਨ ਕਰ ਲੈਂਦਾ, ਕਦੀ ਕੋਈ ਰੂਪ ਧਾਰਨ ਕਰ ਲੈਂਦਾ। ਉਹਦੀ ਬੇਅੰਤ ਸ਼ਕਤੀ ਹੈ, ਬੇਅੰਤ ਗੁਣ ਹਨ ਉਹਦੇ, ਕੋਈ ਪਤਾ ਨਹੀਂ ਉਹ ਕਿਹੜੇ ਰੰਗਾਂ ਵਿੱਚ ਖੇਡ ਜਾਵੇ। ਅਸੀਂ ਕੋਈ ਨਿਸ਼ਚਿਤ ਨਹੀਂ ਕਰ ਸਕਦੇ ਇੱਦਾਂ ਹੋ ਸਕਦਾ, ਇੱਦਾਂ ਨਹੀਂ ਹੋ ਸਕਦਾ। ਵਾਹਿਗੁਰੂ ਸਭ ਕੁਝ ਕਰ ਸਕਦਾ। ਅਕਾਲ ਪੁਰਖ ਆਪ ਸਰਗੁਣ ਰੂਪ ਵਿੱਚ ਆ ਕੇ ਮਜ਼ਦੂਰ ਦਾ ਭੇਸ ਬਣਾ ਕੇ ਸ੍ਰੀ ਦਰਬਾਰ ਸਾਹਿਬ ਸਰੋਵਰ ਦੀ ਸੇਵਾ ਕਰਦਾ ਰਿਹਾ। ਹਾਂਜੀ, ਧਰਤ ਸੁਹਾਵੀ ਤਾਲ ਸੁਹਾਵਾ। ਇਹ ਧਰਤੀ ਵੀ ਸੋਹਣੀ ਹੋ ਗਈ, ਇਹ ਸਰੋਵਰ ਵੀ ਸੋਹਣਾ ਹੋ ਗਿਆ। ਹਾਂਜੀ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਔਰ ਪਰਮੇਸ਼ਰ ਇਸ ਸਰੋਵਰ ਦੇ ਵਿੱਚ ਅੰਮ੍ਰਿਤ ਜਲ ਰੂਪ ਹੋ ਕੇ ਛਾਇਆ ਹੋਇਆ। ਅੱਜ ਕੱਲ੍ਹ ਕਈ ਪ੍ਰਚਾਰ ਕਰਦੇ ਜੀ ਇਹ ਪਾਣੀ ਹੈ। ਸਾਧ ਸੰਗਤ ਜੀ ਉਹਨਾਂ ਦੀ ਬੁੱਧੀ ਹੀ ਇੰਨੀ ਕੰਮ ਕਰਦੀ ਹੈ, ਇਸ ਤੋਂ ਅੱਗੇ ਸੋਚ ਨਹੀਂ ਸਕਦੇ। ਅਸਲ ਵਿੱਚ ਪਰਮੇਸ਼ਰ ਨੇ ਜਲ ਰੂਪ ਹੋ ਕੇ ਵਾਸਾ ਕੀਤਾ ਹੋਇਆ ਉੱਥੇ। ਸਾਰੇ ਰੂਪ ਪਰਮੇਸ਼ਰ ਦੇ ਨੇ। ਆ ਜਿੰਨਾ ਸੰਸਾਰ ਹੈ, ਸ੍ਰਿਸ਼ਟੀ ਹੈ, ਮਹਾਰਾਜ ਅਕਾਲ ਪੁਰਖ ਦਾ ਰੂਪ ਹੈ। ਫਿਰ ਜਲ ਕਿਆ ਮਹਾਰਾਜ ਦਾ ਰੂਪ ਨਹੀਂ ਹੈ? ਜਲ ਤਾਂ ਸਾਡਾ ਜੀਵਨ ਹੈ। ਪਹਿਲਾ ਪਾਣੀ ਜੀਓ ਹੈ ਜਿਤ ਹਰਿਆ ਸਭ ਕੋਏ, ਪੌਣ ਗੁਰੂ ਪਾਣੀ ਪਿਤਾ। ਜੇ ਪਾਣੀ ਨਾ ਹੋਵੇ ਆਪਾਂ ਵੀ ਨਾ ਹੋਈਏ, ਕੋਈ ਵੀ ਨਾ ਹੋਵੇ। ਸੋ ਪਾਣੀ ਤਾਂ ਪਰਮੇਸ਼ਰ ਪਾਣੀ ਰੂਪ ਹੋ ਕੇ, ਜਲ ਰੂਪ ਹੋ ਕੇ ਸ੍ਰੀ ਅੰਮ੍ਰਿਤਸਰ ਸਰੋਵਰ ਦੇ ਵਿੱਚ ਛਾਇਆ ਹੋਇਆ ਹੈ। ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਪਰਮੇਸ਼ਰ ਦੀ ਕਲਾ ਵਰਤ ਰਹੀ ਹੈ। ਇਹਨੂੰ ਤਰਕ ਵਿਤਰਕ ਵਾਲੇ ਤੇ 100 ਜਨਮ 'ਚ ਵੀ ਨਹੀਂ ਸਮਝ ਸਕਦੇ। ਸ਼ਰਧਾ ਵਾਲਿਆਂ ਦੀ ਬੜੀ ਛੇਤੀ ਗੱਲ ਸਮਝ ਆ ਜਾਂਦੀ ਹੈ। ਹਾਂਜੀ, ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ। ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ। ਅੰਮ੍ਰਿਤ ਜਲ ਦੇ ਵਿੱਚ ਪਰਮੇਸ਼ਰ ਆਪ ਛਾਇਆ, ਵਿਆਪਕ ਹੋ ਗਿਆ। ਅੰਮ੍ਰਿਤ ਰੂਪ ਨਾਮ ਰੂਪ ਹੋ ਕੇ ਆਖੋ ਸ੍ਰੀ ਵਾਹਿਗੁਰੂ। ਨਾਮ ਅੰਮ੍ਰਿਤ ਹੈ। ਵਾਹਿਗੁਰੂ 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 ਵਾਹਿਗੁਰੂ। ਇਹ ਅੰਮ੍ਰਿਤ ਹੈ। ਕੀਰਤਨ ਅੰਮ੍ਰਿਤ ਹੈ, ਬਾਣੀ ਅੰਮ੍ਰਿਤ ਹੈ। ਉਹ ਅੰਮ੍ਰਿਤ ਜਲ ਛਾਇਆ, ਪੂਰਨ ਸਾਜ ਕਰਾਇਆ। ਸਾਰੇ ਹੀ ਸਾਜ ਵਾਹਿਗੁਰੂ ਨੇ ਪੂਰਨ ਕਰਤੇ, ਸਾਰੇ ਕੰਮ ਪੂਰੇ ਕਰ ਦਿੱਤੇ। ਹਾਂਜੀ, ਸਗਲ ਮਨੋਰਥ ਪੂਰੇ। ਸਾਰੇ ਮਨੋਰਥ ਪੂਰੇ ਹਨ। ਜੋ ਮਨ ਵਿੱਚ ਚਿਤਵਿਆ ਸੀ ਸੋ ਪ੍ਰਾਪਤ ਹੋ ਗਿਆ ਹੈ। ਹਾਂਜੀ, ਜੈ ਜੈਕਾਰ ਭਇਆ ਜਗ ਅੰਤਰ। ਸਾਰੇ ਸੰਸਾਰ ਵਿੱਚ ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ ਦੀ ਜੈ ਜੈਕਾਰ ਹੋ ਰਹੀ ਹੈ। ਲਾਥੇ ਸਗਲ ਵਿਸੂਰੇ। ਸਾਰੇ ਦੁੱਖ ਵਿਸੂਰੇ ਝੋਰੇ ਮਿਟ ਗਏ ਹਨ। ਪੂਰਨ ਪੁਰਖ ਅਚੁੱਤ ਅਬਿਨਾਸੀ। ਉਹ ਵਾਹਿਗੁਰੂ ਪੂਰਨ ਸਾਰਿਆਂ ਵਿੱਚ ਵਿਆਪਕ ਹੈ ਔਰ ਜੂਨਾਂ ਵਿੱਚ ਨਹੀਂ ਆਉਂਦਾ, ਡਿੱਗਦਾ ਨਹੀਂ ਜੂਨਾਂ ਵਿੱਚ, ਅਚੁੱਤ ਹੈ, ਅਬਿਨਾਸੀ, ਉਹ ਬਿਨਸਦਾ ਨਹੀਂ। ਹਾਂਜੀ, ਜਸ ਵੇਦ ਪੁਰਾਣੀ ਗਾਇਆ। ਉਹਦਾ ਜਸ ਦਾ ਵੇਦ ਪੁਰਾਣ ਵੀ ਗਾਉਂਦੇ ਹਨ। ਸਿਮਰਤੀਆਂ ਸਾਰੇ ਧਰਮ ਗ੍ਰੰਥ ਉਹਦੀ ਵਡਿਆਈ ਕਰਦੇ ਹਨ। ਹਾਂਜੀ, ਆਪਣਾ ਬਿਰਦ ਰੱਖਿਆ ਪਰਮੇਸ਼ਰ। ਉਸ ਵਾਹਿਗੁਰੂ ਨੇ ਆਪਣਾ ਬਿਰਦ ਆਪ ਹੀ ਰੱਖ ਲਿਆ, ਆਪਣੇ ਬਿਰਦ ਦੀ ਰੱਖਿਆ ਕੀਤੀ, ਬਿਰਦ ਬਾਣੇ ਦੀ ਲਾਜ ਰੱਖ ਲਈ ਹੈ। ਨਾਨਕ ਨਾਮ ਧਿਆਇਆ। ਸਤਨਾਮ ਸ੍ਰੀ ਵਾਹਿਗੁਰੂ ਜਪ ਕੇ ਸਾਰੇ ਹੀ ਕਾਜ ਰਾਸ ਹੋ ਗਏ ਹਨ। ਚੌਪਈ ਸੁਨ ਸਭੂ ਤਬ ਸੀਸ ਨਿਵਾਇਓ। ਇਹ ਹੁਕਮਨਾਮਾ ਬਾਬਾ ਬੁੱਢਾ ਜੀ ਨੇ ਜਦੋਂ ਲਿਆ, ਸਾਰੀਆਂ ਸੰਗਤਾਂ ਨੇ ਸਿਰ ਝੁਕਾ ਕੇ ਸੁਣਿਆ। ਦੀਨ ਬੰਦ ਪ੍ਰਭ 3 ਲੱਖ ਪਾਇਓ। ਮਹਾਰਾਜ ਅਕਾਲ ਪੁਰਖ ਆਪਣੇ ਭਗਤਾਂ ਦੇ ਅੰਗ ਸੰਗ ਹੈ, ਸਦਾ ਹੀ ਨਾਲ ਹੈ। ਸਾਰੀ ਸੰਗਤ ਨੂੰ ਇਹ ਵਿਸ਼ਵਾਸ ਹੋ ਗਿਆ। ਹਾਂਜੀ, ਸ੍ਰੀ ਗੁਰ ਕਰਤੇ ਚਮਰ ਫਿਰੰਤਾ। ਗੁਰੂ ਅਰਜਨ ਦੇਵ ਜੀ ਦੇ ਹੱਥ ਵਿੱਚ ਚੌਰ ਸੀ
ਉਹ ਖੜ ਕੇ ਗੁਰੂ ਗ੍ਰੰਥ ਸਾਹਿਬ ਦੇ ਚੌਰ ਕਰ ਰਹੇ ਸੀ ਤੇ ਬਾਬਾ ਬੁੱਢਾ ਜੀ ਤਾਬਿਆ ਬਹਿ ਕੇ ਹੁਕਮਨਾਮਾ ਲੈ ਰਹੇ ਸੀ। ਹਾਂਜੀ। ਬੁੱਢਾ ਜਪਜੀ ਪਾਠ ਕਰੰਤਾ। ਫਿਰ ਬਾਬਾ ਬੁੱਢਾ ਜੀ ਨੇ ਜਪਜੀ ਸਾਹਿਬ ਦਾ ਪਾਠ ਕੀਤਾ। ਇਹ ਪ੍ਰਾਤਨ ਮਰਜ਼ਾਦਾ ਸੀ, ਹੁਣ ਨਹੀਂ ਹੈ। ਹਜੂਰ ਸਾਹਿਬ ਹੈ ਕਿ ਹੁਕਮਨਾਮੇ ਤੋਂ ਬਾਅਦ ਜਪਜੀ ਸਾਹਿਬ ਦਾ ਪਾਠ ਗੁਪਤ ਰੂਪ 'ਚ ਜ਼ਰੂਰ ਕਰਦੇ। ਸੋ ਬਾਬਾ ਬੁੱਢਾ ਜੀ ਨੇ ਜਪਜੀ ਸਾਹਿਬ ਦਾ ਪਾਠ ਕੀਤਾ ਹੈ। ਹਾਂਜੀ। ਸੰਗਤ ਧੰਨ ਧੰਨ ਸੁਨ ਕਹੈ। ਸਾਰੀ ਸੰਗਤ ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ ਜਪ ਰਹੀ ਹੈ। ਅਧਿਕ ਆਨੰਦ ਪ੍ਰੇਮ ਤੇ ਲਹੈ। ਬੜੇ ਪ੍ਰੇਮ ਨਾਲ, ਆਨੰਦ ਦੇ ਨਾਲ ਸਾਧ ਸੰਗਤ ਜੀ ਇਹ ਗੁਰਬਾਣੀ ਦਾ ਜਾਪ ਹੋ ਰਿਹਾ ਹੈ। ਹਾਂਜੀ। ਜਪਜੀ ਭੋਗ ਪਾਏ ਜੈਕਾਰਾ। ਜਦੋਂ ਜਪਜੀ ਸਾਹਿਬ ਦਾ ਭੋਗ ਪਿਆ ਤੇ ਸੰਗਤਾਂ ਨੇ ਜੈਕਾਰਾ ਲਾਇਆ। ਹਾਂਜੀ। ਸੀਸ ਨਿਵਾਵਤ ਸਭਨ ਉਚਾਰਾ। ਸਾਰਿਆਂ ਨੇ ਸੀਸ ਝੁਕਾ ਕੇ ਗੁਰੂ ਰਾਮਦਾਸ ਜੀ ਦੇ ਨਾਮ ਦਾ ਜੈਕਾਰਾ ਗਜਾਇਆ। ਹਾਂਜੀ। ਅਤ ਆਨੰਦ ਸ੍ਰੀ ਅਰਜਨ ਨਾਥ। ਗੁਰੂ ਅਰਜਨ ਦੇਵ ਜੀ ਬੜੇ ਪ੍ਰਸੰਨ ਹੋਏ ਹਨ। ਹਾਂਜੀ। ਭਏ ਕ੍ਰਿਥਾਰਥ ਮਾਨਸ ਨਾਥ। ਮਹਾਰਾਜ ਸੱਚੇ ਪਾਤਸ਼ਾਹ ਆਪਣੇ ਆਪ ਨੂੰ ਵੀ ਧੰਨ ਸਮਝਦੇ ਆ ਵੀ ਸਾਡੇ ਤੇ ਗੁਰੂ ਰਾਮਦਾਸ ਨੇ ਕਿਰਪਾ ਕਰਕੇ ਇਹ ਸਾਰੇ ਕਾਰਜ ਸਫਲ ਕਰਾ ਰਹੇ ਨੇ। ਹਾਂਜੀ। ਅਧਿਕ ਪ੍ਰੇਮ ਤੇ ਗਦਗਦ ਹੋਏ। ਮਹਾਰਾਜ ਪ੍ਰੇਮ ਦੇ ਵਿੱਚ ਭਿੱਜੇ ਹੋਏ ਗਦਗਦ ਹੋ ਗਏ, ਪ੍ਰਸੰਨ ਹੋਏਗੇ। ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤਿਆਰ ਹੋ ਗਿਆ। ਹਾਂਜੀ। ਗੁਣ ਗਨ ਸ੍ਰੀ ਪਰਮੇਸ਼ਰ ਜੋਏ। ਇਹ ਵਾਹਿਗੁਰੂ ਦੇ ਗੁਣ ਹਨ, ਉਹਦੀ ਕਿਰਪਾ ਹੈ, ਉਹਨੇ ਮਿਹਰ ਕੀਤੀ ਹੈ, ਤਾਂ ਹੀ ਇਹ ਸਾਰੇ ਕਾਰਜ ਰਾਸ ਹੋਏ ਨੇ। ਹਾਂਜੀ। ਹਰਿਮੰਦਰ ਤੇ ਨਿਕਸ ਅਗਾਰੀ। ਹਰਿਮੰਦਰ ਸਾਹਿਬ ਤੋਂ ਬਾਹਰ ਨਿਕਲ ਕੇ ਹਰ ਕੀਰਤ ਬਹੁ ਭਾਂਤੇ ਉਚਾਰੀ। ਫਿਰ ਵੀ ਅਕਾਲ ਪੁਰਖ ਦੀ ਉਸਤਤ ਕਰੀ ਜਾਂਦੇ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ। ਹਾਂਜੀ। ਸਹਿਜਾ ਸ਼ੇਸ਼ ਬੈਕੁੰਠ ਮਹਾਨਾ। ਮਹਾਰਾਜ ਕਹਿੰਦੇ ਜਿਹੜੀ ਬੈਕੁੰਠ ਧਾਮ ਹੈ ਪਰਮੇਸ਼ਰ ਦਾ, ਸ਼ੇਸ਼ਨਾਗ ਦੀ ਜੋ ਸੇਜਿਆ ਹੈ ਜਿੱਤੇ ਭਗਵਾਨ ਬਿਰਾਜੇ ਹਨ। ਬ੍ਰਹਮ ਲੋਕ ਸ਼ਿਵ ਲੋਕ ਸਥਾਨਾ। ਔਰ ਬ੍ਰਹਮ ਲੋਕ ਸ਼ਿਵ ਲੋਕ ਜਿੰਨੀਆਂ ਪੁਰੀਆਂ ਹਨ। ਬ੍ਰਹਮਾ ਦੀ ਵੱਖਰੀ ਪੁਰੀ ਹੈ, ਸ਼ਿਵ ਜੀ ਦੀ ਵੱਖਰੀ ਹੈ, ਵਿਸ਼ਨੂੰ ਦਾ ਬੈਕੁੰਠ ਧਾਮ ਵੱਖਰਾ ਹੈ। ਜਿੰਨੀਆਂ ਦੇਵੀ ਦੇਵਤਿਆਂ ਦੀਆਂ ਪੁਰੀਆਂ ਹਨ। ਸਵੇਤ ਦੀਪ ਤਜ ਲੋਕਾ ਲੋਕ। ਔਰ ਜਿੰਨੇ ਵੀ ਦੀਪ ਹਨ, ਲੋਕ ਹਨ, ਮੰਡਲ ਹਨ, ਖੰਡ ਤੇ ਬ੍ਰਹਮੰਡ ਹਨ। ਹਾਂਜੀ। ਪੁਰੀ ਅਯੁੱਧਿਆ ਆਦ ਅਸ਼ੋਕ। ਅਯੁੱਧਿਆ, ਮਥੁਰਾ, ਦੁਆਰਕਾ, ਪੁਰੀ, ਏਦਾਂ ਜਿਹੜੀਆਂ 68 ਤੀਰਥ ਹਨ ਜਿਹੜੇ। ਹਾਂਜੀ। ਦੁਆਰਕਾ ਆਦਿਕ ਥਾਨ। ਦੁਆਰਕਾ ਆਦਿਕ ਜਿੰਨੇ ਸਥਾਨ ਹਨ। ਦੁਆਰਕਾ ਭਗਵਾਨ ਕ੍ਰਿਸ਼ਨ ਜੀ ਦਾ ਹੈ, ਮਥੁਰਾ ਵੀ ਭਗਵਾਨ ਕ੍ਰਿਸ਼ਨ ਜੀ ਦਾ, ਅਯੁੱਧਿਆ ਸ੍ਰੀ ਰਾਮਚੰਦਰ ਜੀ ਦੀ ਜਨਮ ਭੂਮੀ ਹੈ। ਇਸੇ ਤਰ੍ਹਾਂ ਜਗਨਨਾਥਪੁਰੀ ਉੜੀਸਾ ਪੁਰਸ਼ੋਤਮ ਭਗਵਾਨ ਦਾ ਮੰਦਿਰ ਹੈ। ਜਿੰਨੇ ਵੀ ਭਗਵਾਨ ਦੇ ਮੰਦਿਰ ਹਨ, ਜਿੰਨੇ ਸਥਾਨ ਹਨ, ਸਭ ਕੋ ਤਜ ਕਰ ਸ੍ਰੀ ਭਗਵਾਨ। ਅੱਜ ਇੰਜ ਲੱਗਦਾ ਸਾਰੀਆਂ ਪੁਰੀਆਂ ਨੂੰ ਛੱਡ ਕੇ, ਸਾਰੇ ਮੰਦਰਾਂ ਨੂੰ ਛੱਡ ਕੇ ਅਕਾਲ ਪੁਰਖ ਜੀ ਇਸ ਹਰੀ ਮੰਦਰ 'ਚ ਆ ਬੈਠੇ ਹਨ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿੱਥੇ ਸਭੇ ਥਾਮ ਨਹੀਂ ਤੁਧ ਜੇਹਿਆ, ਬਧੋ ਪੁਰਖ ਵਿਧਾਤੇ ਤਾਂ ਤੂੰ ਸੋਹਿਆ। ਇੰਜ ਲੱਗਦਾ ਵੀ ਅੱਜ ਭਗਵਾਨ ਸਾਰੇ ਮੰਦਰਾਂ 'ਚੋਂ, ਸਾਰੀਆਂ ਪੁਰੀਆਂ 'ਚੋਂ ਉਪਰਾਮ ਹੋ ਕੇ ਸ੍ਰੀ ਦਰਬਾਰ ਸਾਹਿਬ ਦੇ ਹਰਮੰਦਰ 'ਚ ਆਏ ਬੈਠੇ ਹਨ ਤੇ ਇੱਥੇ ਉਹਨਾਂ ਦੇ ਪ੍ਰਤੱਖ ਦਰਸ਼ਨ ਹੋ ਰਹੇ ਹਨ। ਹਾਂਜੀ। ਸ੍ਰੀ ਗੁਰੂ ਰਾਮਦਾਸ ਦਰਬਾਰਾ। ਇਹ ਗੁਰੂ ਰਾਮਦਾਸ ਦੇ ਦਰਬਾਰ ਵਿੱਚ ਐਸੀ ਸੋਭਾ ਹੈ। ਅੱਜ ਸਾਰੇ ਸੰਸਾਰ 'ਚ ਗੱਲ ਪ੍ਰਤੱਖ ਹੈ। ਸ੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਜੈਸੀ ਸੋਭਾ ਸੰਸਾਰ 'ਚ ਕਿਸੇ ਵੀ ਧਰਮ ਸਥਾਨ ਦੀ ਨਹੀਂ। ਸਾਰੇ ਧਰਮ ਸਥਾਨ ਸਤਿਕਾਰਯੋਗ ਹਨ, ਜਿੱਥੇ ਪਰਮੇਸ਼ਰ ਦੀ ਬੰਦਗੀ ਹੁੰਦੀ ਹੈ, ਪਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਗੱਲ ਹੀ ਵੱਖਰੀ ਹੈ। ਹਾਂਜੀ। ਆਨ ਬਸੇ ਇਸ ਸਥਾਨ ਉਦਾਰਾ। ਪੰਜਵੇਂ ਪਾਤਸ਼ਾਹ ਕਹਿੰਦੇ ਸਾਰੇ ਮੰਡਲਾਂ ਨੂੰ ਛੱਡ ਕੇ, ਖੰਡਾਂ ਬ੍ਰਹਮੰਡਾਂ ਨੂੰ ਛੱਡ ਕੇ, ਸਾਰੀਆਂ ਪੁਰੀਆਂ ਨੂੰ ਛੱਡ ਕੇ ਪਰਮੇਸ਼ਰ ਅੱਜ ਸ੍ਰੀ ਹਰਿਮੰਦਰ ਸਾਹਿਬ ਆ ਬੈਠਾ, ਇੱਥੇ ਵਸ ਗਿਆ। ਹਾਂਜੀ। ਕਲੀ ਕਾਲ ਮਹਿ ਇਸੀ ਸਮਾਨ। ਕਲਯੁਗ ਦੇ ਵਿੱਚ ਇਹਦੇ ਵਰਗਾ ਕੋਈ ਤੀਰਥ ਨਹੀਂ ਹੋਣਾ। ਕਲੀ ਕਾਲ ਮੈਂ ਇਸੀ ਸਮਾਨ। ਕਲੀ ਕਾਲ ਦਾ, ਕਲਯੁਗ ਦਾ ਸਮਾਂ, ਇਸ ਸਮੇਂ ਦੇ ਅੰਦਰ ਨਾਹੇ ਨਾ ਆਨ ਸਥਾਨ ਮਹਾਨ। ਇਹਦੇ ਸਮਾਨ ਹੋਰ ਕੋਈ ਦਰਬਾਰ ਨਹੀਂ ਹੋਣਾ। ਇਹਦੀ ਸੋਭਾ ਸਾਰਿਆਂ ਤੋਂ ਜ਼ਿਆਦਾ ਹੋਵੇਗੀ। ਹਾਂਜੀ। ਤੀਨ ਲੋਕਪਤ ਜਹਾਂ ਬਿਰਾਜੇ। ਜਿੱਥੇ ਤਿੰਨਾਂ ਲੋਕਾਂ ਦਾ ਮਾਲਕ ਵਾਹਿਗੁਰੂ ਆਪ ਬੈਠਾ ਹੋਵੇ,
ਉਹਦੀ ਸੋਭਾ ਕਿਉਂ ਨਹੀਂ ਹੋਵੇਗੀ? ਜ਼ਰੂਰ ਹੋਵੇਗੀ। ਹਾਂਜੀ, ਭੋਗਵਤੀ ਸੁਰਪੁਰ ਪਿਖ ਲਾਜੇ। ਜਿਸ ਨੂੰ ਵੇਖ ਕੇ ਸਾਧ ਸੰਗਤ ਜੀ ਦੇਵਤਿਆਂ ਦੀਆਂ ਪੁਰੀਆਂ ਵੀ ਸ਼ਰਮਿੰਦੀਆਂ ਹੋ ਜਾਂਦੀਆਂ। ਉਹ ਜਿਹੜੀਆਂ ਭੋਗਪੁਰੀਆਂ ਹਨ, ਭਾਵ ਦੇਵਤਿਆਂ ਦੇ ਸਾਰੇ ਭੋਗ ਪਦਾਰਥ ਉੱਥੇ ਹਨ ਸਵਰਗਾਂ ਦੇ, ਪਰ ਹਰਿਮੰਦਰ ਸਾਹਿਬ ਵਰਗਾ ਸੁੱਖ ਉੱਥੇ ਵੀ ਨਹੀਂ ਮਿਲਦਾ। ਜੋ ਆਨੰਦ ਸ੍ਰੀ ਹਰਿਮੰਦਰ ਸਾਹਿਬ ਚ ਉਹ ਕਿਤੇ ਵੀ ਨਹੀਂ ਹੈ। ਹਾਂਜੀ, ਸਭ ਸਥਾਨ ਕੀ ਸ੍ਰੀ ਚਲ ਆਈ। ਸਭ ਸਥਾਨਾਂ ਦੀ ਸੋਭਾ ਇਕੱਠੀ ਹੋ ਕੇ ਹਰਿਮੰਦਰ ਸਾਹਿਬ ਦੇ ਚਰਨਾਂ 'ਚ ਖੜ ਗਈ ਆ ਕੇ। ਹਾਂਜੀ, ਆਨ ਵਸੀ ਸ੍ਰੀ ਗੁਰ ਸਰਨਾਈ। ਗੁਰੂ ਰਾਮਦਾਸ ਦੀ ਸ਼ਰਨ ਵਿੱਚ ਸਾਰੇ ਸਥਾਨਾਂ ਦੀ ਸ੍ਰੀ ਮੈਨੇ ਸੋਭਾ, ਸਾਰੇ ਸਥਾਨਾਂ ਦੀ ਸੋਭਾ ਜਿਹੜੀ ਹੈ ਉਹ ਇਕੱਠੀ ਹੋ ਕੇ ਲక్ష్ਮੀ ਸ੍ਰੀ ਗੁਰੂ ਰਾਮਦਾਸ ਦੇ ਚਰਨਾਂ 'ਚ ਆ ਖੜੀ ਹੈ। ਹਾਂਜੀ, ਧੰਨ ਧੰਨ ਸ੍ਰੀ ਗੁਰ ਦਰਬਾਰਾ। ਧੰਨ ਸਤਿਗੁਰੂ ਰਾਮਦਾਸ ਸਾਹਿਬ ਜੀ, ਧੰਨ ਸਤਿਗੁਰੂ ਰਾਮਦਾਸ ਸਾਹਿਬ ਜੀ, ਧੰਨ ਸਤਿਗੁਰੂ ਰਾਮਦਾਸ ਸਾਹਿਬ ਜੀ, ਧੰਨ ਸਤਿਗੁਰੂ ਰਾਮਦਾਸ ਸਾਹਿਬ ਜੀ। ਇਸ ਤਰ੍ਹਾਂ ਦੇਵੀ ਦੇਵਤੇ ਵੀ ਜੈ ਜੈਕਾਰ ਕਰਦੇ ਹੈ। ਮਨੁੱਖ ਮਾਤਰ ਜਿਹੜਾ ਵੀ ਜਾਂਦਾ ਉਹਦੇ ਮੂੰਹ ਤੋਂ ਨਿਕਲਦਾ ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੈ ਸਵਾਰਿਆ। ਹਾਂਜੀ, ਪਈ ਹੈ ਜਹਾਂ ਪਦਾਰਥ ਚਾਰਾ। ਚਾਰੇ ਪਦਾਰਥ ਧਰਮ ਅਰਥ ਮੋਖ ਕਾਮ ਮੋਕਸ਼ ਇੱਥੋਂ ਮਿਲਦੇ ਹਨ। ਇਮ ਉਤਸਾਹਤ ਦਿਵਸ ਬਿਤਾਇਓ। ਇਸ ਤਰ੍ਹਾਂ ਸਾਧ ਸੰਗਤ ਜੀ ਭਾਦਰੋਂ ਸੁਦੀ ਏਕਮ ਸੰਮਤ 1661 ਵਾਲਾ ਦਿਨ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਤੀਤ ਕੀਤਾ। ਉਸ ਦਿਨ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹਰਿਮੰਦਰ ਸਾਹਿਬ 'ਚ ਹੋਇਆ ਸੀ ਪਹਿਲੀ ਵਾਰ। ਹਾਂਜੀ, ਸੰਧਿਆ ਭਈ ਤਰਨ ਅਸਤਾਇਓ। ਔਰ ਸਾਧ ਸੰਗਤ ਜੀ ਸੰਧਿਆ ਦਾ ਸਮਾਂ ਸੂਰਜ ਛਿਪਿਆ ਜਦੋਂ ਬੁੱਢੇ ਬੂਜਨ ਕੀਨਸ ਤਬੈ। ਬਾਬਾ ਬੁੱਢਾ ਜੀ ਨੇ ਮਹਾਰਾਜ ਨੂੰ ਪੁੱਛਿਆ। ਹਾਂਜੀ, ਗ੍ਰੰਥ ਰਹਿ ਕਿਤ ਨਿਸਮਹਿ ਅਬੈ। ਮਹਾਰਾਜ ਰਾਤ ਨੂੰ ਗੁਰੂ ਗ੍ਰੰਥ ਸਾਹਿਬ ਜੀ ਕਿੱਥੇ ਰਹਿਣਗੇ? ਦਿਨੇ ਦਾ ਹਰਿਮੰਦਰ ਸਾਹਿਬ ਚ ਰਹੇ ਨੇ, ਹੁਣ ਰਾਤ ਨੂੰ ਗੁਰੂ ਗ੍ਰੰਥ ਸਾਹਿਬ ਜੀ ਕਿੱਥੇ ਰੱਖੀਏ? ਹਾਂਜੀ, ਜਹਾਂ ਆਪ ਕੀ ਆਇਸ ਹੋਏ। ਜਿੱਥੇ ਤੁਸੀਂ ਆਗਿਆ ਦਿਓਗੇ ਆਪ ਜੀ, ਉੱਥੇ ਹੀ ਅਸੀਂ ਰਾਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁਖਾਸਨ ਕਰਾਂਗੇ। ਹਾਂਜੀ, ਕਰਹਿ ਸਿੱਖ ਮਰਜ਼ਾਦਾ ਸੋਏ। ਮਹਾਰਾਜ ਉਹੀ ਅੱਗੇ ਨੂੰ ਸਿੱਖ ਵੀ ਉਸੇ ਤਰ੍ਹਾਂ ਕਰਿਆ ਕਰਨਗੇ। ਜੋ ਅੱਜ ਮਰਿਆਦਾ ਬਣੇਗੀ ਉਹੀ ਚੱਲੇਗੀ ਅੱਗੇ ਵੀ। ਹਾਂਜੀ, ਸ੍ਰੀ ਗੁਰ ਕਹਿਓ ਪ੍ਰਭੂ ਦਰਬਾਰਾ। ਮਹਾਰਾਜ ਕਹਿਣ ਲੱਗੇ ਜੋ ਇਹ ਪਰਮੇਸ਼ਰ ਦਾ ਅਕਾਲ ਪੁਰਖ ਦਾ ਦਰਬਾਰ ਹੈ ਸ੍ਰੀ ਹਰਿਮੰਦਰ ਸਾਹਿਬ। ਗ੍ਰੰਥ ਪਰਮੇਸ਼ਰ ਕੋ ਅਵਤਾਰਾ। ਤੇ ਇਹ ਹਰਿਮੰਦਰ ਸਾਹਿਬ ਪਰਮੇਸ਼ਰ ਦਾ ਭਵਨ ਹੈ, ਘਰ ਹੈ, ਤੇ ਗੁਰੂ ਗ੍ਰੰਥ ਸਾਹਿਬ ਖੁਦ ਪਰਮੇਸ਼ਰ ਦਾ ਅਵਤਾਰ ਹੈ। ਹਾਂਜੀ, ਡੇਢ ਜਾਮ ਜਾਮਨ ਜਬ ਜਾਏ। ਜਦੋਂ ਡੇਢ ਪਹਿਰ ਰਾਤ ਚਲੀ ਜਾਵੇ, ਪਠੈ ਸੋਹਿਲਾ ਕੀਰਤਨ ਗਾਏ। ਉਸ ਨੂੰ ਸੋਹਿਲਾ ਪੜ੍ਹ ਕੇ ਕੀਰਤਨ ਕਰਦਿਆਂ ਹੋਇਆਂ ਸੋਹਿਲੇ ਦੀ ਚੌਂਕੀ ਕਰਕੇ ਸੁਖਾਸਨ ਕਰਨਾ ਹੈ। ਹਾਂਜੀ, ਬਹਰੋ ਲੈ ਜਾਵਹੋ ਅਸਵਾਰਾ। ਫਿਰ ਇਹ ਲੈ ਕੇ ਜਾਣਾ ਹੈ ਗੁਰੂ ਗ੍ਰੰਥ ਸਾਹਿਬ ਦਾ ਕੀਰਤਨ ਕਰਦਿਆਂ ਸ਼ਬਦ ਪੜ੍ਹਦਿਆਂ ਹੋਇਆਂ ਹੀ ਜਿਸੀ ਕੋਠੜੀ ਰਹਿਣ ਹਮਾਰਾ। ਉਸ ਕੋਠੜੀ 'ਚ ਲੈ ਜਾਣਾ ਜਿਹੜੀ ਅਸੀਂ ਰਹਿੰਦੇ, ਜਿਹੜੀ ਕੋਠੜੀ 'ਚ ਅਸੀਂ ਸੌਂਦੇ ਹਾਂ ਰਾਤ ਨੂੰ, ਉੱਥੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਵਾਸ ਦਿੱਤਾ ਜਾਵੇ। ਤਹਾਂ ਨਿਵਾਸ ਕਰੋ ਜਤ ਮਾਨ। ਸਤਿਕਾਰ ਨਾਲ ਮਾਣ ਨਾਲ ਉੱਥੇ ਗੁਰੂ ਗ੍ਰੰਥ ਸਾਹਿਬ ਦਾ ਸੁਖਾਸਨ ਕਰਨਾ ਹੈ ਰਾਤ ਨੂੰ ਉਸ ਕੋਠੜੀ 'ਚ ਪਲੰਘ ਦੇ ਉੱਤੇ। ਹਾਂਜੀ, ਜਾਮ ਡੇਢ ਜਾਮਨ ਰਹਿ ਆਨ। ਜਦੋਂ ਸਵੇਰ ਸਵਾ ਪਹਿਰ ਡੇਢ ਪਹਿਰ ਰਾਤ ਰਹਿ ਜਾਵੇ, ਸ੍ਰੀ ਹਰਿਮੰਦਰ ਤਬਹਿ ਇਸ਼ਨਾਨ ਹੋ। ਉਦੋਂ ਹਰਿਮੰਦਰ ਸਾਹਿਬ ਨੂੰ ਇਸ਼ਨਾਨ ਕਰਾਉਣਾ। ਅਜੇ ਵੀ ਇਹੀ ਮਰਿਆਦਾ। ਰਾਤ ਜਦੋਂ ਡੇਢ ਪਹਿਰ ਰਾਤ ਰਹਿੰਦੀ ਹੈ, ਹਰਿਮੰਦਰ ਸਾਹਿਬ 1 ਵਜੇ ਲਗਭਗ ਇਸ਼ਨਾਨ ਸ਼ੁਰੂ ਹੁੰਦਾ ਹੈ। ਹਾਂਜੀ, ਫਰਸ਼ ਅਨੇਕ ਭਾਂਤ ਕੇ ਠਨ ਹੋ। ਪਹਿਲਾਂ ਸਾਰਾ ਫਰਸ਼ ਧੋ ਕੇ ਦੁੱਧ ਨਾਲ ਇਸ਼ਨਾਨ ਹੋ ਜਾਂਦਾ ਹਰਿਮੰਦਰ ਸਾਹਿਬ ਸਵੇਰੇ। ਦੁੱਧ ਨਾਲ ਧੋ ਕੇ ਤੇ ਫਿਰ ਉਹਦੇ ਉੱਤੇ ਗਲੀਚੇ ਵਧੀਆ ਵਿਛਾਣੇ, ਕਾਲੀਨ ਵਿਛਾਣੇ। ਕਈ ਸ਼ੰਕਾਵਾਦੀ ਕਹਿੰਦੇ ਦੁੱਧ ਡੋਲੀ ਜਾਂਦੇ। ਸਾਧ ਸੰਗਤ ਜਿਹੜਾ ਸੰਗੇ ਮਰਮਰ ਹੁੰਦਾ ਨਾ, ਜਿਹੜਾ ਆਪਣਾ ਪੱਥਰ ਮਾਰਬਲ, ਜੇ ਉਹਨੂੰ ਪਾਣੀ ਨਾਲ ਨਿਰਾ ਪਾਣੀ ਨਾਲ ਧੋਈਏ ਤੇ ਉਹਦੇ ਉੱਤੇ ਨਾ ਉਹ ਉੱਭਰ ਜਾਂਦਾ ਤੇ ਖੁਰਦਰਾ ਹੋ ਜਾਂਦਾ। ਜੇ ਦੁੱਧ ਨਾਲ ਧੋਈਏ ਤੇ ਉਹ ਮੁਲਾਇਮ ਹੁੰਦਾ। ਤੁਸੀਂ ਕਦੀ ਹਰਿਮੰਦਰ ਸਾਹਿਬ ਜਾਓ, ਪਹਿਲੀ ਗੱਲ ਦਾ ਪੱਥਰ ਹੀ ਬੜਾ ਮਹਿੰਗਾ ਹੈ, ਉਹਦੇ ਨਾਲ ਦਾ ਪੱਥਰ ਤੁਹਾਨੂੰ ਕਿਤੇ ਮਿਲਣਾ ਨਹੀਂ। ਉਹ ਪੱਥਰ ਦੁੱਧ ਨਾਲ ਧੋ ਕੇ ਨਾ ਉਹ ਇੰਨਾ ਜ਼ਿਆਦਾ ਮੁਲਾਇਮ ਹੈ ਨਾ, ਜਿਵੇਂ ਮਤਲਬ ਰੇਸ਼ਮ ਹੁੰਦੀ ਹੈ ਜਾਂ ਮਖਮਲ ਹੁੰਦੀ ਹੈ। ਤਾਂ ਦੁੱਧ ਨਾਲ ਇਸ਼ਨਾਨ ਕਰਨ ਦਾ ਹੁਕਮ ਪਾਤਸ਼ਾਹ ਦੇ ਰਹੇ ਨੇ ਗੁਰੂ ਅਰਜਨ ਦੇਵ। ਅੱਜ ਕੱਲ੍ਹ ਕਿੰਤੂ ਪ੍ਰੰਤੂ ਵਾਲਿਆਂ ਨੇ ਤਾਂ ਕਿਸੇ ਚੀਜ਼ ਨੂੰ ਛੱਡਿਆ ਹੀ ਨਹੀਂ। ਉਹਦੇ ਗੁਰੂ ਅਰਜਨ ਦੇਵ ਜੀ ਨੇ ਕਿੱਥੇ ਜੀਏ ਤਾਂ ਜੀ ਅੱਜ ਬਾਹਮਣਾ ਨੇ ਵਾੜ ਦਿੱਤਾ ਦੁੱਧ ਨਾਲ ਇਸ਼ਨਾਨ ਕਰਾਉਣਾ। ਮਹਾਰਾਜ ਸੱਚੇ ਪਾਤਸ਼ਾਹ ਆਪ ਕਹਿੰਦੇ ਭਾਈ ਸਵੇਰੇ ਇਸ਼ਨਾਨ ਕਰਾਓ,
ਡੇਢ ਪਹਿਰ ਰਾਤ ਰਹਿੰਦੀ ਹੋਈ। ਹਾਂਜੀ। ਦੀਪਕ ਸਦਾ ਘ੍ਰਿਤ ਕੋ ਬਾਰੋ। ਹਰਿਮੰਦਰ ਸਾਹਿਬ 'ਚ ਮਿੱਟੀ ਦੇ ਤੇਲ ਦਾ ਜਾਂ ਸਰੋਂ ਦੇ ਤੇਲ ਦਾ ਦੀਵਾ ਨਹੀਂ ਬਾਲਣਾ, ਘਿਓ ਦਾ ਦੀਵਾ, ਦੇਸੀ ਘਿਓ ਦਾ। ਇਹ ਪੁਰਾਤਨ ਮਰਿਆਦਾ ਸੀ ਵੀ ਹਰਿਮੰਦਰ ਸਾਹਿਬ 'ਚ ਦੇਸੀ ਘਿਓ ਦਾ ਦੀਵਾ। ਹੁਣ ਤਾਂ ਬਿਜਲੀ ਚੱਲੀ ਨਾ, 100 ਸਾਲ ਹੋਇਆ ਬਿਜਲੀ ਆਈ ਨੂੰ। ਪਹਿਲਾਂ ਬਿਜਲੀ ਨਹੀਂ ਸੀ ਹੁੰਦੀ, ਦੇਸੀ ਘਿਓ ਦੇ ਦੀਵੇ ਬਾਲੇ ਜਾਂਦੇ, ਜੋਤ ਬਾਲੀ ਜਾਂਦੀ ਸੀ। ਤਾਂ ਦੇਸੀ ਘਿਓ ਦਾ ਦੀਵਾ ਬਾਲਣਾ। ਹੋਰ ਕੋਈ ਮਿੱਟੀ ਦਾ ਤੇਲ, ਸਰੋਂ ਦਾ ਤੇਲ, ਉਹ ਜਿਹੜੇ ਨਾ ਉਹਦੀ ਬਦਬੂ ਫੈਲਦੀ ਹੈ, ਉਹ ਨਹੀਂ ਹਰਿਮੰਦਰ ਸਾਹਿਬ 'ਚ ਬਾਲਣਾ ਕਦੀ ਵੀ। ਹਾਂਜੀ। ਜਾਮ ਨਿਸਾ ਜਬ ਰਹੀ ਨਿਹਾਰੋ। ਜਦੋਂ ਇੱਕ ਪਹਿਰ ਰਾਤ ਰਹਿ ਜਾਵੇ, ਯਾਨੀ ਕਿ ਸਵੇਰ ਦੇ 2:30 ਵੱਜ ਜਾਣ, 3 ਵੱਜ ਜਾਣ। ਹਾਂਜੀ। ਰਾਗੀ ਆਸਾ ਵਾਰਸੋ ਗਾਵ ਹੈ। ਉਸ ਵੇਲੇ ਕੀਰਤਨ ਸ਼ੁਰੂ ਹੋ ਜਾਏ, ਰਾਗੀ ਆਸਾ ਦੀ ਵਾਰ ਸ਼ੁਰੂ ਕਰ ਦੇਣ। ਹੁਣ ਪਹਿਲਾਂ ਦੁਪਹਿਰੇ ਦੀ ਚੌਂਕੀ ਹੁੰਦੀ 2:30 ਤੋਂ 3:45, ਫਿਰ 3:45 ਤੋਂ ਆਸਾ ਦੀ ਵਾਰ ਸ਼ੁਰੂ ਹੁੰਦੀ ਹੈ। ਇਹ ਮਰਿਆਦਾ। ਹਾਂਜੀ। ਅਨੇਕ ਰਾਗ ਕੇ ਸ਼ਬਦ ਸੁਣਾਵ ਹੈ। ਰਾਗੀ ਸਿਆਣੇ ਰਾਗਾਂ 'ਚ ਕੀਰਤਨ ਕਰਦੇ ਰਹਿਣ, ਸ਼ਬਦ ਕੀਰਤਨ ਹੁੰਦਾ ਰਹੇ। ਹਾਂਜੀ। ਦੁਆ ਘਟਕਾ ਜਾਮਨ ਰਹਿ ਜਬੈ। ਜਦੋਂ 2 ਘੜੀ ਰਾਤ ਰਹਿ ਜਾਏ, ਯਾਨੀ ਸਵੇਰ ਦੇ 5, 5:30 ਵੱਜ ਜਾਣ। ਹਾਂਜੀ। ਅਨਹੋ ਸ੍ਰੀ ਗ੍ਰੰਥ ਸਾਹਿਬ ਤਬੈ। ਉਦੋਂ ਗੁਰੂ ਗ੍ਰੰਥ ਸਾਹਿਬ ਲੈ ਕੇ ਆਉਣਾ। ਪਹਿਲਾਂ ਨਹੀਂ, ਪਹਿਲਾਂ ਕੀਰਤਨ ਸ਼ੁਰੂ ਹੁੰਦਾ। ਆਮ ਗੁਰਦੁਆਰਿਆਂ 'ਚ ਪਹਿਲਾਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ, ਫਿਰ ਨਿਤਨੇਮ ਸ਼ੁਰੂ ਹੁੰਦਾ। ਪਰ ਹਰਿਮੰਦਰ ਸਾਹਿਬ ਮਰਿਆਦਾ ਵੱਖਰੀ। ਪਹਿਲੇ ਕੀਰਤਨ, ਜਦੋਂ ਆਸਾ ਦੀ ਵਾਰ ਦਾ ਭੋਗ ਪੈਣ ਵਾਲਾ ਹੋ ਜਾਂਦਾ, ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਉਂਦੇ। ਹਾਂਜੀ। ਵਾਰ ਭੋਗ ਤੇ ਖੋਲ ਪੜੀਜੈ। ਜਦੋਂ ਆਸਾ ਦੀ ਵਾਰ ਦਾ ਭੋਗ ਪੈ ਜਾਏ, ਉਦੋਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਤੇ ਫਿਰ ਉਹਦਾ ਹੁਕਮਨਾਮਾ ਲਿਆ ਜਾਵੇ। ਹਾਂਜੀ। ਇਸੇ ਪ੍ਰਕਾਰ ਕਾਰਨਿਤ ਕੀਜੈ। ਇਹ ਮਰਿਆਦਾ ਕਰਨੀ ਗੁਰੂ ਅਰਜਨ ਸਾਹਿਬ ਨੇ ਆਪ ਇਹ ਮਰਿਆਦਾ ਬੰਨੀ ਹੈ। ਕਿਸੇ ਬੰਦੇ ਦੀ ਬਣਾਈ ਹੋਈ ਨਹੀਂ ਹਰਿਮੰਦਰ ਸਾਹਿਬ ਦੀ ਮਰਿਆਦਾ। ਇਹ ਸਭ ਗੁਰੂ ਸਾਹਿਬਾਂ ਨੇ ਆਪ ਕਾਇਮ ਕੀਤੀ ਹੋਈ ਹੈ। ਹਾਂਜੀ। ਇਮ ਕਹਿ ਸ੍ਰੀ ਗੁਰ ਬੈਠ ਰਹਾਏ। ਇਸ ਤਰ੍ਹਾਂ ਕਹਿ ਕੇ ਮਹਾਰਾਜ ਬਿਰਾਜਮਾਨ ਹੋਏ 5ਵੇਂ ਪਾਤਸ਼ਾਹ। ਹਾਂਜੀ। ਚੌਂਕੀ ਸੁਣੀ ਕਾਨੜਾ ਗਾਏ। ਰਾਤ ਕਾਨੜੇ ਦੀ ਚੌਂਕੀ, ਇਹ ਰਹਿਰਾਸ ਤੋਂ ਬਾਅਦ ਕਾਨੜੇ ਦੀ ਚੌਂਕੀ ਸੁਣੀ ਹੈ। ਇਹ ਸਾਰੀਆਂ ਚੌਂਕੀਆਂ ਦੀ ਮਰਜ਼ਾਦਾ ਪੁਰਾਤਨ ਰਾਗੀ ਸਿੰਘ ਹਰਿਮੰਦਰ ਸਾਹਿਬ ਦੇ ਭਾਈ ਬਲਵੀਰ ਸਿੰਘ ਜੀ, ਭਾਈ ਗੁਰਵੇਜ ਸਿੰਘ ਜੀ, ਜਾਂ ਹੋਰ ਜਿਹੜੇ ਅਜੇ ਵੀ ਬਜ਼ੁਰਗ ਬੈਠੇ ਨੇ, ਭਾਈ ਹਰੀ ਸਿੰਘ ਜੀ, ਉਹ ਸਾਰੇ ਦੱਸਦੇ ਆ ਵੀ ਕਿੱਦਾਂ ਕਿੱਦਾਂ ਇਹ ਚੱਲਦੀ ਸੀ ਰੀਤੀ। ਹੁਣ ਵੀ ਉਸੇ ਤਰ੍ਹਾਂ ਹੀ ਹਰ ਚੌਂਕੀ ਦੇ ਬਾਅਦ ਅਰਦਾਸਾ ਹੁੰਦਾ। ਪਹਿਲਾਂ ਸਵੇਰੇ ਦੁਪਹਿਰੇ ਦੀ ਚੌਂਕੀ, ਫਿਰ ਆਸਾ ਦੀ ਵਾਰ ਦੀ ਚੌਂਕੀ, ਫਿਰ ਚਰਨ ਕਮਲ ਦੀ ਚੌਂਕੀ। ਇਸ ਤਰ੍ਹਾਂ ਫਿਰ ਚੌਂਕੀਆਂ ਚੱਲਦੀਆਂ ਰਾਤ ਕਾਨੜੇ ਦੀ ਚੌਂਕੀ ਹੁੰਦੀ ਹੈ। ਉਹ 'ਚ ਕਾਨੜੇ ਰਾਗ ਦੀ ਵਾਰ ਜਿਹੜੀ ਹੈ ਉਹ ਸਾਧ ਸੰਗਤ ਦੀ ਰਾਗੀ ਸਿੰਘ ਲਾਉਂਦੇ ਨੇ ਪੌੜੀਆਂ। ਤੇ ਫਿਰ ਕਾਨੜੇ ਦੀ ਚੌਂਕੀ ਤੋਂ ਬਾਅਦ ਸੋਹਿਲੇ ਸਾਹਿਬ ਦਾ ਪਾਠ ਤੇ ਸੁਖਾਸਨ ਤੇ ਅਰਦਾਸ ਹੁੰਦੀ ਹੈ। ਹਾਂਜੀ। ਬੋਹਰ ਸੋਹਿਲਾ ਪਠ ਕਰ ਪਾਸ। ਕਾਨੜੇ ਦੀ ਚੌਂਕੀ ਤੋਂ ਬਾਅਦ ਫਿਰ ਕੀਰਤਨ ਸੋਹਿਲੇ ਦਾ ਪਾਠ ਕਰਕੇ ਉਠ ਤਬ ਸਭ ਕੀਨਸ ਅਰਦਾਸ। ਸਾਰਿਆਂ ਨੇ ਅਰਦਾਸ ਕੀਤੀ ਹੈ। ਬੁੱਢੇ ਗ੍ਰੰਥ ਲੀਨ ਸਿਰ ਧਾਰੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੁਖਾਸਨ ਕੀਤਾ ਹੋਇਆ ਸਰੂਪ ਬਾਬਾ ਬੁੱਢਾ ਜੀ ਨੇ ਆਪਣੇ ਸੀਸ ਤੇ ਰੱਖ ਲਿਆ। ਚਵਰ ਕਰਹਿ ਗੁਰ ਅਵਾਰੰ ਵਾਰੀ। ਗੁਰੂ ਅਰਜਨ ਦੇਵ ਜੀ ਚੌਰ ਕਰਦੇ ਹਨ। ਸੰਖਨ ਕੀ ਧੁਨ ਕੀਨ ਬਿਸਾਲਾ। ਸੰਖ ਵਜਾਉਂਦੇ ਹੋਏ, ਰਣ ਸਿੰਘੇ ਵਜਾਉਂਦੇ ਹੋਏ, ਬਾਦਿਤ ਅਪਰ ਬਜਤ ਤਿਸ ਕਾਲਾ। ਬਹੁਤ ਬਾਜੇ ਗਾਜਿਆਂ ਦੇ ਨਾਲ, ਜਿਵੇਂ ਰਾਜੇ ਮਹਾਰਾਜਿਆਂ ਬਾਦਸ਼ਾਹਾਂ ਦਾ ਦਰਬਾਰ ਹੁੰਦਾ, ਏਦਾਂ ਸ੍ਰੀ ਦਰਬਾਰ ਸਾਹਿਬ ਤੋਂ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪਣੀ ਕੋਠੜੀ ਕੋਠਾ ਸਾਹਿਬ ਵੱਲ ਜਾ ਰਹੇ ਹਨ। ਹਾਂਜੀ। ਰਹਿ ਕੋਠੜੀ ਮਹਿ ਗੁਰ ਸਦਾ। ਜਿਹੜੀ ਕੋਠੜੀ 'ਚ 5ਵੇਂ ਪਾਤਸ਼ਾਹ ਰਹਿੰਦੇ ਸਨ। ਹਾਂਜੀ। ਗਮਨ ਹੈ ਸਦਨ ਆਪਨੇ ਕਦਾ। ਕਦੀ ਉਸ ਕੋਠੜੀ ਤੋਂ ਆਪਣੇ ਘਰ ਜਾਂਦੇ ਸੀ, ਜ਼ਿਆਦਾ ਉੱਥੇ ਹੀ ਨਿਵਾਸ ਕਰਦੇ ਸੀ। ਹਾਂਜੀ। ਤੇ ਸਥਾਨ ਲੈ ਕਰ ਜਬ ਗਏ। ਜਦੋਂ ਉਸ ਕੋਠੜੀ 'ਚ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਗਏ ਹਨ। ਸੁਠ ਪ੍ਰਿਯੰਕ ਤਬ ਡਾਸਤ ਭਏ। ਬੜਾ ਸੋਹਣਾ ਪਲੰਗ ਡਾਇਆ ਹੈ। ਸੇਜ ਬੰਦ ਗੁੰਫੇ ਵੱਡ ਦਰੀ। ਬਹੁਤ ਸੋਹਣੇ ਪਲੰਗ ਦੇ ਉੱਤੇ ਸੇਜ ਬੰਦ ਕੱਸ ਕੇ, ਸੇਜਾਂ ਨੂੰ ਕੱਸਣ ਵਾਲੇ ਜਰੀਦਾਰ ਗੁੱਛੀਆਂ ਵਾਲੀਆਂ ਆਲੇ ਦੁਆਲੇ ਝਾਲਰਾਂ ਲੱਗੀਆਂ ਹੋਈਆਂ ਨੇ। ਬੜਾ ਆਲੀਸ਼ਾਨ ਪਲੰਗ ਹੈ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ। ਹਾਂਜੀ। ਸੁੰਦਰ ਫੂਲਨ ਮਾਲਾ ਧਰੀ। ਬੜੇ ਸੋਹਣੇ ਫੁੱਲਾਂ ਦੀ ਮਾਲਾ ਉੱਤੇ ਰੱਖੀ ਹੈ, ਫੁੱਲਾਂ ਦੇ ਹਾਰ ਰੱਖੇ ਹੋਏ। ਹਾਂਜੀ। ਤਹਾਂ ਨਿਵਾਸ ਗ੍ਰੰਥ ਕੋ ਕੀਨੋ। ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸੁਖਾਸਨ ਕੀਤਾ ਗਿਆ ਹੈ। ਸ੍ਰੀ ਗੁਰ ਭੂਲਤ ਨਿਕਟ ਅਸੀਨੋ। ਤੇ ਗੁਰੂ ਅਰਜਨ ਦੇਵ ਜੀ ਉਸੇ ਕੋਠੜੀ 'ਚ ਥੱਲੇ ਚਾਦਰ ਵਿਛਾ ਕੇ ਸੁੱਤੇ ਹਨ।
ਅਜੇ ਵੀ ਕੋਠਾ ਸਾਹਿਬ 'ਚ ਮਰਜ਼ਾਦਾ ਹੈ, ਤੁਸੀਂ ਜਾ ਕੇ ਨੋਟ ਕਰਨਾ। ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਲੰਘ ਹਨ ਉਹਦੇ ਥੱਲੇ ਇੱਕ ਚਾਦਰ ਵਿਛਾਈ ਜਾਂਦੀ ਹੈ। ਹੁਣ ਵੀ ਕੋਈ ਪੁੱਛੋ ਵੀ ਕਿਉਂ ਵਿਛਾਈ ਜਾਂਦੀ ਹੈ, ਕਹਿੰਦੇ ਇਹ ਚਾਦਰ ਤੇ ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਦਰਾਜਾ ਕਰਦੇ ਸੀ ਜ਼ਮੀਨ ਦੇ ਉੱਤੇ, ਗੁਰੂ ਗ੍ਰੰਥ ਸਾਹਿਬ ਪਲੰਘ ਤੇ, ਆਪ ਜੀ ਥੱਲੇ ਸੌਂਦੇ ਸਨ। ਹਾਂਜੀ, ਕਬ ਕਬ ਸਦਨ ਆਪਨੇ ਜਾਹੇ, ਆਪਣੇ ਘਰ ਕਦੀ ਜਾਂਦੇ ਸਨ, ਨਹੀਂ ਤਾਂ ਇੱਥੇ ਹੀ ਨਿਵਾਸ ਕਰਦੇ ਸਨ। ਹਾਂਜੀ, ਨਾਹੇ ਤਾਂ ਰਹਿ ਗ੍ਰੰਥ ਕੇ ਪਾਹੇ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕੋਲ ਰਾਤ ਨੂੰ ਸੌਣਾ, ਉਹ ਵੀ ਥੱਲੇ ਜ਼ਮੀਨ ਤੇ, ਗੁਰੂ ਗ੍ਰੰਥ ਸਾਹਿਬ ਪਲੰਘ ਦੇ ਉੱਤੇ। ਇਸ ਤਰ੍ਹਾਂ ਪਹਿਰਾ ਸਤਿਗੁਰੂ ਦਿੰਦੇ ਸਨ। ਹਾਂਜੀ, ਸ਼੍ਰੀ ਗ੍ਰੰਥ ਸਾਹਿਬ ਕੀ ਕਥਾ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਕਿੱਦਾਂ ਲਿਖਿਆ ਗਿਆ, ਕਿਵੇਂ ਉਹਦੀ ਜਿਲਦਬੰਦੀ ਹੋਈ, ਕਿਵੇਂ ਹਰਿਮੰਦਰ ਸਾਹਿਬ 'ਚ ਪ੍ਰਕਾਸ਼ ਹੋਇਆ। ਭਈ ਜਥਾ ਉਚਰੀ ਮੈਂ ਤਥਾ, ਕਵੀ ਰਾਜ ਕਹਿੰਦੇ ਜਿਸ ਤਰ੍ਹਾਂ ਮੈਂ ਬਜ਼ੁਰਗਾਂ ਤੋਂ ਸੁਣੀ ਹੈ ਪਿੱਛੋਂ, ਉਹ ਆਪ ਜੀ ਦੇ ਸਾਹਮਣੇ ਉਚਾਰਨ ਕਰ ਦਿੱਤੀ ਹੈ। ਹਾਂਜੀ, ਸੁਣਤ ਪਠਤ ਚਿਤ ਬਾਛਤ ਦਾਤਾ, ਇਹ ਕਥਾ ਜਿਹੜਾ ਵੀ ਸੁਣੇਗਾ, ਜਿਹੜਾ ਵੀ ਪੜ੍ਹੇਗਾ, ਜਿਹੜਾ ਵੀ ਸੁਣਾਏਗਾ, ਉਹਦੇ ਮਨ ਦੇ ਸਾਰੇ ਮਨੋਰਥ ਪੂਰੇ ਹੋਣਗੇ। ਹਾਂਜੀ, ਗੁਰ ਭਗ ਰਤ ਤੇ ਆਤਮ ਗਿਆਤਾ, ਗੁਰੂ ਮਹਾਰਾਜ ਦੇ ਚਰਨਾਂ ਨਾਲ ਪ੍ਰੇਮ, ਗੁਰਬਾਣੀ ਦਾ ਸਤਿਕਾਰ, ਗੁਰਬਾਣੀ ਦਾ ਰਸ ਉਹਨੂੰ ਪ੍ਰਾਪਤ ਹੋਵੇਗਾ। ਆਤਮ ਗਿਆਨ, ਆਪਣੀ ਆਤਮਾ ਦਾ ਗਿਆਨ ਹੋਵੇਗਾ। ਇਸ ਦੁਨੀਆ 'ਚ ਸਭ ਤੋਂ ਵੱਡਾ ਔਖਾ ਕੰਮ ਹੈ ਆਪਣੇ ਆਪ ਨੂੰ ਜਾਣ ਲੈਣਾ, ਹੋਰ ਕਿਸੇ ਤਰੀਕੇ ਨਾਲ ਨਹੀਂ ਜਾਣ ਸਕਦੇ, ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੁਆਰਾ ਹੀ ਜਾਣ ਸਕਦੇ। ਹਾਂਜੀ, ਦੋਹਰਾ ਸ੍ਰੀ ਸਤਿਗੁਰ ਇੱਕ ਦਿਨ ਖਿੱਚ, ਸੋ ਸਾਧ ਸੰਗਤ ਜੀ, ਇਸ ਤਰ੍ਹਾਂ ਇਹ ਕਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਆਪਾਂ ਸੁਣੀ ਹੈ। ਇਸ ਤੋਂ ਅੱਗੇ ਸਿੱਖਾਂ ਨੂੰ ਜੋ ਉਪਦੇਸ਼ ਮਹਾਰਾਜ ਦੇਣਗੇ, ਜੋ ਹੋਰ ਕੌਤਕ ਹਨ ਪੰਜਵੇਂ ਪਾਤਸ਼ਾਹ ਦੇ, ਉਹ ਵੀ ਸ਼ੁਰੂ ਹੋ ਜਾਣੇ ਆ, ਆਪਾਂ ਸਰਵਣ ਕਰਨੇ ਆ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ